ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂ ਪੁਰਖ ਜੰਤਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜੋ ਭਾਵੈ ਤਿਵੈ ਬੁਲੈਨੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ। ਕਾਮ ਕ੍ਰੋਧ ਅਰ ਲੋਭ ਮੋਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਾ ਸਦਕਾ ਤੇ ਗੁਰੂ ਕੀ ਸੰਗਤ ਦੀ ਅਸੀਸ ਦੁਆਰਾ, ਜੋ ਹਜ਼ੂਰ ਦੇ ਪਾਵਨ ਪਵਿੱਤਰ ਅੰਮ੍ਰਿਤਮਈ ਕਲਿਆਣਕਾਰੀ ਬਚਨਾਂ ਦੀ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਅਕਾਲੀ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਹੈ। ਗੁਰੂ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 269 ਤੱਕ ਪਹੁੰਚੀ ਹੋਈ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਪਵਿੱਤਰ ਬਾਣੀ, ਜਿਸ ਨੂੰ ਕਥਾ ਦਾ ਸਮੁੰਦਰ ਕਿਹਾ ਜਾਂਦਾ ਹੈ। ਇਸ ਦੀਆਂ 5 ਅਸ਼ਟਪਦੀਆਂ ਦੀ ਵਿਚਾਰ ਹੁਣ ਤੱਕ ਹੋ ਚੁੱਕੀ ਹੈ। ਇਸ ਤੋਂ ਅੱਗੇ 6ਵੀਂ ਅਸ਼ਟਪਦੀ ਰਾਹੀਂ ਜੋ ਸਤਿਗੁਰੂ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਗੁਰੂ ਕਿਰਪਾ ਸਦਕਾ ਹਜ਼ੂਰ ਦੇ ਅੰਮ੍ਰਿਤਮਈ ਉਪਦੇਸ਼ ਨੂੰ ਵਿਚਾਰੀਏ ਅਤੇ ਸੁਣੀਏ। ਹਜ਼ੂਰ ਫਰਮਾਉਂਦੇ ਨੇ ਸ਼ਲੋਕ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਗੁਰੂ ਕੇ ਪਿਆਰਿਓ, ਅਸੀਂ ਪਰਮਾਤਮਾ ਅੱਗੇ, ਰੱਬ ਅੱਗੇ, ਖੁਦਾ ਅੱਗੇ ਮੰਦਰਾਂ, ਮਸੀਤਾਂ, ਗਿਰਜਿਆਂ 'ਚ ਜਾਂ ਗੁਰਦੁਆਰੇ ਸਾਹਿਬਾਨਾਂ 'ਚ ਜਾ ਕੇ ਅਰਦਾਸਾਂ ਬੇਨਤੀਆਂ ਕਰਕੇ ਬੜੀਆਂ ਦਾਤਾਂ ਵਾਹਿਗੁਰੂ ਜੀ ਦੇ ਪਾਸੋਂ, ਪਰਮਾਤਮਾ ਪਾਸੋਂ, ਆਪਣੇ ਅੱਲਾ ਗੌਡ ਭਗਵਾਨ ਪਾਸੋਂ ਮੰਗਦੇ ਹਾਂ। ਪਰ ਜਿਹੜੀਆਂ ਚੀਜ਼ਾਂ ਸਾਨੂੰ ਸਤਾ ਰਹੀਆਂ ਨੇ, ਜਿਨ੍ਹਾਂ ਨੇ ਸਾਨੂੰ ਵਾਹਿਗੁਰੂ ਤੋਂ ਵਿਛੋੜਿਆ ਹੋਇਆ, ਜੋ ਸਾਡੇ ਲਈ ਦੁੱਖਦਾਈ ਹਨ, ਉਹਨਾਂ ਦੀ ਨਿਵਰਤੀ ਵਾਸਤੇ, ਉਹਨਾਂ ਤੋਂ ਪਿੱਛਾ ਛਡਾਉਣ ਵਾਸਤੇ ਵਿਰਲੇ ਟਾਵੇਂ ਕੋਈ ਵਿਅਕਤੀ ਹੋਣਗੇ ਜੋ ਅਰਦਾਸ ਬੇਨਤੀ ਕਰਦੇ ਨੇ। ਅਸਲ ਵਿੱਚ ਜਿਹੜੀ ਆਤਮਾ ਪਰਮਾਤਮਾ ਦੀ ਵਿਦਿਆ ਹੈ, ਧਰਮ ਗ੍ਰੰਥ ਨੇ, ਖਾਸ ਕਰਕੇ ਹਿੰਦੁਸਤਾਨ ਦੇ ਅੰਦਰ ਸਨਾਤਨੀ ਮਤ ਦੇ ਗ੍ਰੰਥ ਵੀ ਹਨ, ਵੇਦ ਹਨ, ਸ਼ਾਸਤਰ ਹਨ, ਪੁਰਾਣ ਹਨ। ਇਸੇ ਤਰ੍ਹਾਂ ਸਾਡੇ ਸਿੱਖ ਮਤ ਦੇ ਜੋ ਧਰਮ ਗ੍ਰੰਥ ਨੇ, ਸਭ ਤੋਂ ਪਹਿਲਾਂ ਸਿਰਮੌਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਹੈ, ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ, ਹੋਰ ਵੀ ਵਿਆਖਿਆ ਵਾਲੇ ਗ੍ਰੰਥ, ਇਤਿਹਾਸ ਹੈ ਸਾਡੇ ਸਤਿਗੁਰਾਂ ਦਾ, ਸਿੱਖਾਂ ਦਾ। ਸਾਰੇ ਨੂੰ ਪੜ੍ਹਨ ਦੀ ਖੇਚਲ ਨਹੀਂ ਕਰਦੇ, ਸੁਣਨ ਦੀ ਖੇਚਲ ਨਹੀਂ ਕਰਦੇ। ਇਹ ਪਰਮਾਰਥਕ ਗਿਆਨ ਵਾਲੇ ਪਾਸੇ ਥੋੜ੍ਹਾ ਚੱਲੀਏ ਤੇ ਫਿਰ ਸਮਝ ਆਉਂਦੀ ਹੈ ਕਿ ਵਾਹਿਗੁਰੂ ਪਾਸ ਅਰਦਾਸ ਬੇਨਤੀ ਕਰਕੇ ਮੰਗਣਾ ਕੀ ਹੈ, ਔਰ ਸਾਰੇ ਜਿਹੜੇ ਦੁੱਖ ਸਾਨੂੰ ਚੰਬੜੇ ਨੇ ਉਹ ਕਿਉਂ ਹਨ, ਇਹ ਸਮਝ ਪੈਂਦੀ ਹੈ। ਅਤੇ ਉਹਨਾਂ ਦੁੱਖਾਂ ਦੀ ਨਿਵਰਤੀ ਵਾਸਤੇ ਅਸੀਂ ਜਿਹੜਾ ਅਸਲ ਮਾਰਗ ਹੈ ਉਹਨੂੰ ਚੁਣਦੇ ਨਹੀਂ, ਕਿਉਂਕਿ ਸਮਝ ਹੀ ਨਹੀਂ ਹੈ। ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਵਾਹਿਗੁਰੂ ਜੀ ਦੇ ਪਾਸ ਅਰਦਾਸ ਬੇਨਤੀ ਕਰਕੇ ਆਪਣੇ ਛੁਟਕਾਰੇ ਦਾ ਪ੍ਰਬੰਧ ਕਰਨਾ ਚਾਹੀਦਾ। ਵਾਹਿਗੁਰੂ ਪਾਸ ਫਰਿਆਦਾਂ ਕਰਨੀਆਂ ਚਾਹੀਦੀਆਂ ਹਨ
ਵੀ ਮਹਾਰਾਜ ਜਿਹੜੀ ਤੁਸੀਂ ਇਹ ਜੜ ਚੇਤਨ ਮਾਇਆ ਪਸਾਰੀ ਹੋਈ ਹੈ, ਜਿਸ ਮਾਇਆ ਨੇ ਸਾਨੂੰ ਆਪਣੇ ਗਲਬੇ 'ਚ ਲਿਆ ਹੋਇਆ, ਜਿਸ ਮਾਇਆ ਕਰਕੇ ਅਸੀਂ ਤੁਹਾਥੋਂ ਵਿਛੜੇ ਹੋਏ ਅਤੇ ਵਿਛੋੜੇ ਵਿੱਚ ਦੁੱਖ ਚੱਲ ਰਹੇ ਹਾਂ, ਇਹ ਸੱਚੇ ਪਾਤਸ਼ਾਹ ਆਪਣੀ ਮਾਇਆ ਨੂੰ ਸੰਕੋਚੋ, ਇਹਦੇ ਪ੍ਰਭਾਵ ਤੋਂ ਸਾਨੂੰ ਆਪ ਬਖਸ਼ਿਸ਼ ਕਰਕੇ ਬਚਾਓ, ਕਿਉਂਕਿ ਤੁਸਾਂ ਰਚਿਆ ਸਾਰਾ ਕੁਝ। ਇਹ ਜੜ ਚੇਤਨ ਮਾਇਆ ਦਾ ਰਚੇਤਾ ਵਾਹਿਗੁਰੂ ਹੀ ਹੈ, ਅਤੇ ਉਹ ਪਰਮਾਤਮਾ ਤਾਂ ਝੱਟ ਹੀ ਕੰਟਰੋਲ ਵਿੱਚ, ਕਾਬੂ 'ਚ ਇਸ ਨੂੰ ਕਰ ਸਕਦਾ, ਜਿਹਨੂੰ ਇਸ ਤੋਂ ਬਚਾਉਣਾ ਚਾਹੇ ਬਚਾ ਸਕਦਾ। ਅਸੀਂ ਆਪਣੇ ਆਪ 'ਤੇ ਆਪਣੇ ਕਰਮਾਂ 'ਤੇ ਟੇਕ ਰੱਖ ਕੇ ਇਸ ਤੋਂ ਬਚ ਨਹੀਂ ਸਕਦੇ। ਇਹ ਵਾਹਿਗੁਰੂ ਬਖਸ਼ਿਸ਼ ਕਰੇ ਤਾਂ ਫਿਰ ਸਾਡਾ ਬਚਾਅ ਹੋ ਸਕਦਾ। ਸਾਰੀ ਦੁਨੀਆ ਦੀਆਂ ਭਵਾਂਟਣੀਆਂ ਭਵਾਈਆਂ ਹੋਈਆਂ ਇਹਨਾਂ ਪੰਜਾਂ ਨੇ, ਕਾਮ, ਕ੍ਰੋਧ, ਮੋਹ, ਲੋਭ ਅਤੇ ਅਹੰਕਾਰ ਨੇ। ਸਾਰੇ ਪੁਆੜੇ, ਝਗੜੇ, ਦੁੱਖ, ਕਲੇਸ਼, ਸੰਤਾਪ ਇਹਨਾਂ ਦੇ ਪਾਏ ਹੋਏ ਨੇ। ਇਹਨਾਂ ਦੇ ਪ੍ਰਭਾਵ ਦੇ ਅਧੀਨ ਹੋ ਕੇ ਜੀਵ ਸਾਰਾ ਕੁਛ ਬੁਰਾ ਜੋ ਕਰਦੇ ਹਨ ਉਹ ਕਰਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅਰਦਾਸ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ। ਕਾਮ, ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਕਾਮ ਅਸਲ ਵਿੱਚ ਜਿਹੜੀਆਂ ਸਾਡੀਆਂ ਕਾਮਨਾਵਾਂ ਹਨ, ਉੱਥੋਂ ਹੀ ਜਨਮ ਹੋਇਆ ਵਿਕਾਰ ਦਾ। ਕਾਮਨਾ, ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਔਰ ਕਾਮ ਅਤੇ ਕ੍ਰੋਧ ਦੋਵੇਂ ਹੀ ਬੜੇ ਦੁਖਦਾਈ ਨੇ। ਕਾਮ ਸੁਹੱਪਣ ਸੁੰਦਰਤਾ ਦੇ ਜਾਲ ਵਿੱਚ ਫਸਾ ਕੇ ਬੜੇ ਪ੍ਰੇਮ ਦੇ ਨਾਲ ਸਾਨੂੰ ਬਰਬਾਦ ਕਰਦਾ, ਅਤੇ ਕ੍ਰੋਧ ਜਿਹੜਾ ਉਹ ਆਪਣਾ ਅਗਨੀਵਤ ਰੂਪ ਹੈ ਜਿਹੜਾ ਉਸ ਦੁਆਰਾ ਸਾਨੂੰ ਬਰਬਾਦ ਕਰਦਾ। ਔਰ ਇੰਝ ਸਮਝ ਲਓ ਭਈ ਜਿਵੇਂ ਜ਼ਹਿਰ ਦੀਆਂ ਗੰਦਲਾਂ ਦੋਵੇਂ ਹੀ ਨੇ, ਪਰ ਇੱਕ ਜ਼ਹਿਰ ਦੀ ਗੰਦਲ ਉੱਪਰ ਖੰਡ ਲਪੇਟੀ ਹੋਈ ਹੈ ਅਤੇ ਇੱਕ ਜ਼ਹਿਰ ਦੀ ਗੰਦਲ ਪ੍ਰਤੱਖ ਰੂਪ 'ਚ ਦਿਸ ਰਹੀ ਹੈ। ਇਸ ਪ੍ਰਕਾਰ ਜਿਹੜਾ ਵਿਸ਼ੇ ਸੁਖ ਮਿਠਾਸ ਹੈ, ਇਹ ਕਾਮ ਦੇ ਉੱਪਰ ਮਾਨੋ ਜ਼ਹਿਰ ਦੀ ਗੰਦਲ ਦੇ ਉੱਪਰ ਖੰਡ ਲਪੇਟੀ। ਫਰੀਦਾਏ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਾਹ ਦੇ ਰਹਿ ਗਏ ਰਾਧੀ ਗਏ ਉਜਾੜ। ਇਸ ਪ੍ਰਕਾਰ ਦੀ ਹਾਲਤ ਹੈ। ਹਜ਼ੂਰ ਫਰਮਾਉਂਦੇ ਨੇ, ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਪਰਮਾਵੁਣ, ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਵਣ, ਤਉ ਭੈ ਬਿਮੁੰਚਤ ਸਾਧ ਸੰਗਮ, ਓਟ ਨਾਨਕ ਨਾਰਾਇਣ। ਸਾਨੂੰ ਸਮਝਾਉਣ ਵਾਸਤੇ ਬਚਨ ਕੀਤੇ ਨੇ, ਅਤੇ ਕਾਮ ਨੂੰ ਸੰਬੋਧਨ ਹੋ ਕੇ ਕਰਦੇ ਹਨ ਬਚਨ ਗੁਰੂ ਅਰਜਨ ਦੇਵ ਜੀ ਕਿ ਹੇ ਕਾਮ, ਤੂੰ ਜੀਆਂ ਨੂੰ ਨਰਕਾਂ ਵਿੱਚ ਪਹੁੰਚਾਉਣ ਵਾਲਾ, ਜੀਆਂ ਦਾ ਨਰਕਾ ਟਿਕਾਣਾ, ਨਰਕਾਂ ਦੇ ਵਿੱਚ ਤੂੰ ਪਹੁੰਚਾਉਣਾ, ਟਿਕਾਣਾ ਕਰ ਦੇਣਾ, ਅਤੇ ਬਹੁਤੀਆਂ ਜੂਨਾਂ 'ਚ ਪਾ ਕੇ ਤੂੰ ਹੀ ਭਰਮਾਉਣਾ ਜੀਆਂ ਨੂੰ। ਤੇਰਾ ਸੁਖ ਜਿਹੜਾ ਉਹ ਤੁੱਛ ਜਿਹਾ ਹੈ, ਅਤੇ ਤੂੰ ਜੀਆਂ ਨੂੰ ਬਲ ਤੋਂ ਅਤੇ ਧਨ ਤੋਂ ਰਹਿਤ ਕਰ ਦੇਣਾ। ਜੀਆਂ ਦੇ ਮਨਾਂ ਨੂੰ ਬੜੇ ਚੰਚਲ ਚਲਾਏ ਮਨ ਕਰ ਦੇਣਾ, ਦੌੜ ਭੱਜ ਵਾਲੇ, ਨਾ ਟਿਕਣ ਵਾਲਾ ਜਿਹੜਾ ਉਹਨੂੰ ਚੰਚਲ ਕਹਿੰਦੇ ਨੇ। ਉੱਚੀਆਂ ਨੀਵੀਆਂ ਸਾਰਿਆਂ ਵਿੱਚ ਤੇਰੀ ਸਮਾਈ ਹੋਈ ਹੈ। ਨਾ ਉੱਚੀਆਂ ਸੁਰਗ ਦੇ ਦੇਵਤਿਆਂ ਨੂੰ ਛੱਡੇ, ਨਾ ਪਤਾਲਾਂ ਦੇ ਸੱਪਾਂ ਨੂੰ, ਨਾ ਮਾਤ ਲੋਕ 'ਤੇ ਵਸਣ ਵਾਲੇ ਮਨੁੱਖ, ਪਸ਼ੂਆਂ, ਪੰਛੀਆਂ ਨੂੰ ਤੂੰ ਛੱਡਦਾ। ਔਰ ਤੇਰਾ ਡਰ ਕੱਟਿਆ ਜਾ ਸਕਦਾ ਹੈ ਸਾਧ ਸੰਗਤ ਵਿੱਚ ਵਸ ਕੇ, ਅਕਾਲ ਪੁਰਖ ਪਰਮਾਤਮਾ ਦੀ ਓਟ ਲੈ ਕੇ। ਉਂਝ ਨਹੀਂ ਤੂੰ ਕਿਸੇ ਦੇ ਤਾਈਂ ਛੱਡਦਾ। ਔਰ ਇਸੇ ਤਰ੍ਹਾਂ ਕ੍ਰੋਧ ਨੂੰ ਕਿਹਾ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਇਹ ਸਾਰੇ ਕਲਾ ਕਲੇਸ਼ ਝਗੜਿਆਂ ਦੇ ਮੁੱਢ ਕ੍ਰੋਧ। ਤੇਰੇ ਮਨ ਵਿੱਚ ਭੋਰਾ ਵੀ ਦਇਆ ਨਹੀਂ ਉਪਜਦੀ, ਭੋਰਾ ਜਿੰਨੀ ਕਦੇ ਵੀ ਥੋੜ੍ਹੀ ਬਹੁਤੀ ਰੰਚਕ ਮਾਤਰ ਵੀ ਤੇਰੇ 'ਚ ਦਇਆ ਹੈ ਨਹੀਂ। ਕ੍ਰੋਧ ਨੂੰ ਕਹਿ ਰਿਹਾ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਵਿਸ਼ਯੰਤ ਜੀਵੰ, ਜਿਹੜੇ ਵਿਸ਼ੇ ਦੇ ਅਧੀਨ ਜੀਵ ਹੁੰਦੇ ਨੇ ਨਾ, ਵਿਸ਼ ਜ਼ਹਿਰ ਜਿਹੜਾ ਕਾਮ ਉਹਦੇ ਅਧੀਨ, ਵਿਸ਼ਯੰਤ ਜੀਵੰ ਵਸਿਅੰ ਕ੍ਰੋਧ, ਉਹਨਾਂ ਨੂੰ ਤੂੰ ਵਸ 'ਚ ਕਰ ਲੈਣਾ। ਨਿਰਤਿਅੰ ਕ੍ਰੋਧ ਯਥਾ ਮਰਕਟਾ, ਅਤੇ ਜਿਸ ਮਨੁੱਖ 'ਤੇ ਤੇਰਾ ਪ੍ਰਭਾਵ ਪੈ ਜਾਂਦਾ ਹੈ ਉਹ ਮਨੁੱਖ ਨਹੀਂ ਰਹਿੰਦਾ, ਉਹ ਤਾਂ ਬਾਂਦਰ ਵਾਂਗ ਨਾਚ ਕਰਨ ਲੱਗ ਪੈਂਦਾ। ਕ੍ਰੋਧ ਮਨੁੱਖ ਨੂੰ ਬਾਂਦਰ ਬਣਾ ਦਿੰਦਾ। ਮਰਕਟ ਨਾਮ ਬਾਂਦਰ ਦਾ ਹੈ। ਇਸੇ ਤਰ੍ਹਾਂ ਮੋਹ ਨੂੰ ਹਜ਼ੂਰ ਨੇ ਕਿਹਾ ਹੈ
ਕਿ ਤੂੰ ਵੀ ਬੜਾ ਜ਼ਬਰਦਸਤ ਹੈ। ਮੋਹ ਨੂੰ ਇਹਨਾਂ ਪੰਜਾਂ ਦੇ ਵਿੱਚੋਂ ਸੈਨਾਪਤੀ ਮੰਨਿਆ ਗਿਆ। ਘੱਟ ਇਹਨਾਂ 'ਚ ਕੋਈ ਵੀ ਨਹੀਂ, ਪਰ ਮੋਹ ਸੈਨਾਪਤੀ ਹੈ। ਜਿੱਥੇ ਮੋਹ ਹੈ ਉੱਥੇ ਕਾਮ ਹੈ, ਜਿੱਥੇ ਕਾਮ ਉੱਥੇ ਕ੍ਰੋਧ ਹੈ, ਜਿੱਥੇ ਮੋਹ ਹੈ ਉੱਥੇ ਹੀ ਲੋਭ ਹੈ ਜ਼ਿਆਦਾ। ਅਤੇ ਇਸ ਤਰ੍ਹਾਂ ਜਦੋਂ ਚਾਰ ਚੰਬੜ ਗਏ ਤਾਂ ਉਹ ਮਨੁੱਖ ਫਿਰ ਹੰਕਾਰ ਦੇ ਸਹਿਤ ਵੀ ਬਹੁਤ ਭਰ ਜਾਂਦਾ। ਸੋ ਇਸ ਪ੍ਰਕਾਰ ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨਾ। ਹੇ ਜੰਗ ਵਿੱਚ ਨਾ ਜਿੱਤੇ ਜਾਣ ਵਾਲੇ ਅਜਿਤ ਸੂਰਮੇ ਮੋਹ, ਸੰਗਰਾਮ ਵਿੱਚ ਤੂੰ ਜਿੱਤਿਆ ਨਹੀਂ ਜਾਂਦਾ। ਬੜੇ ਬੜੇ ਬਲ ਵਾਲਿਆਂ ਨੂੰ ਚੰਗੀ ਤਰ੍ਹਾਂ ਤੂੰ ਮਲ ਦਲ ਸੁੱਟਦਾ। ਇਸੇ ਤਰ੍ਹਾਂ ਲੋਭ ਨੂੰ ਕਿਹਾ ਹੈ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋਤ ਅਖਾਦਿਆ ਖਾਦਿਅੰ ਸਾਜਿਅੰ ਸਾਜ ਸਮਝਿਆ। ਲੋਭ ਨੂੰ ਕਿਹਾ ਵੀ ਤੂੰ ਵੀ ਬੜਾ ਜ਼ਬਰਦਸਤ ਹੈ। ਬੜੇ ਬੜੇ ਸਿਰਮੌਰ ਸ਼੍ਰੋਮਣੀ ਲੋਕ ਤੇਰੇ ਵਿੱਚ ਚਿੰਬੜੇ ਹੋਏ ਫਸ, ਉਹਨਾਂ ਨੂੰ ਤੂੰ ਚਿੰਬੜਿਆ ਹੋਇਆ, ਉਹ ਤੇਰੇ 'ਚ ਫਸੇ ਹੋਏ ਨੇ। ਅਤੇ ਅਨੇਕਾਂ ਤੇਰੀਆਂ ਲਹਿਰਾਂ ਵਿੱਚ ਆ ਕੇ ਮਨੁੱਖ ਕਲੋਲਾਂ ਕਰਦੇ ਨੇ। ਤੂੰ ਇਹ ਲੋਭ ਬੜੀਆਂ ਕਲੋਲਾਂ ਕਰਾਉਂਦਾ ਮਨੁੱਖਾਂ ਦੇ ਕੋਲੋਂ। ਅਤੇ ਮਾਤਾ ਪਿਤਾ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਵੀ ਲੋਭੀ ਆਦਮੀ ਛੱਡਦਾ ਨਹੀਂ, ਠੱਗਦਾ, ਧੋਖਾ ਕਰਦਾ ਹੈ, ਕਿਸੇ ਦਾ ਸਕਾ ਨਹੀਂ। ਸੋ ਇਸ ਪ੍ਰਕਾਰ ਅਤੇ ਲੋਭ ਦੇ ਅਧੀਨ ਹੋ ਕੇ ਮਨੁੱਖ ਕਈ ਤਰ੍ਹਾਂ ਨਾਲ ਦੌੜ ਭੱਜ ਕਰਦੇ ਨੇ ਅਤੇ ਉਹਨਾਂ ਦੇ ਚਿੱਤ ਵੀ ਪਦਾਰਥਾਂ ਨੂੰ ਵੇਖ ਕੇ ਡੋਲਦੇ ਨੇ। ਧਰਮ ਤੋਂ ਇਮਾਨ ਤੋਂ ਲੋਕ ਡੁੱਗ ਪੈਂਦੇ ਨੇ ਲੋਭ ਦੇ ਅਧੀਨ ਹੋਇਆ। ਇਸੇ ਤਰ੍ਹਾਂ ਹੰਕਾਰ ਨੂੰ ਕਿਹਾ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਹੇ ਜੰਮਣ ਮਰਨ ਦੇ ਮੂਲ ਕਾਰਨ ਹੰਕਾਰ, ਤੂੰ ਬੜਾ ਪਾਪੀ ਮਨ ਵਾਲਾ ਹੈ ਇਤਿਆਦਿਕ। ਅਤੇ ਇਹਨਾਂ ਤੋਂ ਬਚਣ ਦਾ ਸਾਧਨ ਵਾਹਿਗੁਰੂ ਦੀ ਸ਼ਰਨ ਹੈ। ਇੱਥੇ ਵੀ ਸਤਿਗੁਰੂ ਫਰਮਾ ਰਹੇ ਨੇ ਕਿ ਹੇ ਮਹਾਰਾਜ, ਇਹ ਜਿਹੜੇ ਪੰਜੇ ਹੀ ਹਨ, ਕਾਮ ਕ੍ਰੋਧ, ਕ੍ਰੋਧ ਚਿੱਤ ਦੀ ਤੀਖਣ ਬਿਰਤੀ, ਲੋਭ ਪਦਾਰਥਾਂ ਨੂੰ ਜਮ੍ਹਾਂ ਕਰਨ ਦਾ ਲਾਲਚ, ਮੋਹ, ਅਵਿਵੇਕ, ਅਗਿਆਨ। ਸੋ ਸਰੀਰਾਂ ਨੂੰ ਸੱਚੇ ਮੰਨ ਕੇ ਉਹਨਾਂ ਨਾਲ ਲਗਾਓ, ਪ੍ਰਬਲ ਬਣ ਜਾਣਾ। ਅਤੇ ਅਹੰਮੇਵ ਏਵ ਨਿਸ਼ਚੇ ਕਰਕੇ ਜਿਹੜਾ ਅਹੰ ਭਾਵ ਹੈ, ਹੰਕਾਰ, ਕਾਮ ਕ੍ਰੋਧ ਅਰ ਬੌੜੋ ਅਤੇ ਲੋਭ ਮੋਹ ਹੰਕਾਰ, ਇਹ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਬਿਨਸ ਜਾਣ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਪੰਜੇ ਹੀ ਬਿਨਸ ਜਾਣ। ਇਸ ਕਰਕੇ ਇਹ ਪ੍ਰਭੂ ਜੀ, ਮੈਂ ਤੁਹਾਡੀ ਸ਼ਰਨ ਨੂੰ ਗਤ ਪ੍ਰਾਪਤ ਹੋਇਆ। ਸਰਣਾਗਤੀ ਦਾ ਮਤਲਬ ਤੁਹਾਡੀ ਸ਼ਰਨ ਨੂੰ ਪ੍ਰਾਪਤ ਹੋਇਆ, ਤੁਹਾਡੀ ਸ਼ਰਨ 'ਚ ਪਿਆ ਹੋਇਆ। ਹੇ ਗੁਰਦੇਵ ਕਰ ਪ੍ਰਸਾਦ ਗੁਰਦੇਵ। ਹੇ ਗੁਰ ਪੂਜਨੀਕ ਦੇਵ ਪ੍ਰਕਾਸ਼ ਰੂਪ ਅਕਾਲ ਪੁਰਖ ਜੀ, ਤੁਸੀਂ ਕਿਰਪਾ ਕਰੋ, ਮੈਂ ਤੁਹਾਡੀ ਸ਼ਰਨ 'ਚ ਆਇਆ। ਤੁਸੀਂ ਦਇਆ ਮਾਇਆ ਕਿਰਪਾ ਕਰੋ ਤਾਂ ਕਿ ਇਹ ਪੰਜੇ ਮੇਰੇ ਅੰਦਰੋਂ ਬਿਨਸ ਜਾਣ ਅਤੇ ਮੈਂ ਬਚ ਜਾਵਾਂ। ਕਿਉਂਕਿ ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ। ਜਿਸ ਨੇ ਗੁਰਾਂ ਦੇ ਸ਼ਬਦ ਨਾਲ ਮਿਲ ਕੇ ਇਹਨਾਂ ਪੰਜਾਂ ਨੂੰ ਮਾਰ ਲਿਆ ਇਸ ਕਲਯੁਗ 'ਚ, ਉਹ ਪੂਰਾ ਮਨੁੱਖ ਹੈ, ਉਹ ਪੂਰਨ ਮਹਾਤਮਾ ਹੈ। ਸੋ ਸੱਚੇ ਪਾਤਸ਼ਾਹ ਜੀ, ਇਸ ਕਰਕੇ ਦਇਆ ਮਾਇਆ ਕਰੋ ਅਤੇ ਇਹ ਮਾਰੇ ਜਾਣ ਅਤੇ ਅਸੀਂ ਤੁਹਾਡੇ ਨਜ਼ਦੀਕ ਹੋ ਜਾਈਏ, ਤੁਹਾਡੀ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਅਸ਼ਟਪਦੀ ਅਗਲੇ 8 ਪਦਿਆਂ ਵਿੱਚ ਹੁਣ ਸਤਿਗੁਰੂ ਜੀ ਖੁਲਾਸਾ ਕਰ ਰਹੇ ਨੇ, ਸਾਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਰਹੇ ਨੇ। ਜਿਹ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ। ਹਜ਼ੂਰ ਫਰਮਾਉਂਦੇ ਨੇ ਵੀ ਜਿਸ ਦੀ ਪ੍ਰਸਾਦ ਕਿਰਪਾ ਦੁਆਰਾ, ਵਾਹਿਗੁਰੂ ਦੀ ਕਿਰਪਾ ਹੈ ਤਾਂ ਸਾਡੀ ਸਰੀਰਕ ਹੋਂਦ ਬਣੀ ਹੈ, ਅਸੀਂ ਜਿਉਂਦੇ ਹਾਂ, ਸਾਹ ਲੈਂਦੇ ਹਾਂ, ਅਤੇ ਤਾਂ ਹੀ ਫਿਰ ਅਸੀਂ ਜਿਉਂਦੇ ਜਾਗਦੇ ਹੁੰਦੇ ਹੋਏ 36 ਪ੍ਰਕਾਰ ਦੇ ਅੰਮ੍ਰਿਤ ਦਾ ਅਰਥ ਹੈ ਭੋਜਨ। ਕਿਉਂਕਿ ਅੰਮ੍ਰਿਤ ਸ਼ਬਦ ਕਈ ਪ੍ਰਕਰਣਾਂ 'ਚ, ਕਈ ਅਰਥਾਂ 'ਚ ਸਤਿਗੁਰਾਂ ਨੇ ਵਰਤਿਆ। ਜਿਵੇਂ ਬਚਨ ਹਨ ਕਿ ਇਹ ਕਿ ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਏ। 36 ਅੰਮ੍ਰਿਤ ਜਿਨ ਭੋਜਨ ਦੀਏ। ਅੰਮ੍ਰਿਤ ਦਾ ਮਤਲਬ ਸਵਾਦੀਕ। ਇੱਥੇ ਭੋਜਨਾਂ ਵਾਸਤੇ, ਸਵਾਦੀਕ ਖਾਣਿਆਂ ਵਾਸਤੇ ਅੰਮ੍ਰਿਤ ਸ਼ਬਦ ਵਰਤਿਆ। ਇਸੇ ਤਰ੍ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਪਾਈ। ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਵੀ ਅੰਮ੍ਰਿਤ ਹੈ। ਦੁੱਧ ਵਾਸਤੇ ਵੀ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਸ਼ਬਦ ਵਰਤ ਲਿਆ, ਕਿਉਂਕਿ ਸਵਾਦੀਕ ਮਿਠਾਸ ਭਰਿਆ ਦੁੱਧ ਹੁੰਦਾ। ਕਿ ਪਸ਼ੂ ਮਿਲਹਿ ਚੰਗਿਆਈਆਂ ਖੜ ਖਾਵਹਿ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰਹਿ। ਅਮਰ ਹੋਣ ਵਾਲੀ ਅਵਸਥਾ ਨੂੰ ਵੀ ਅੰਮ੍ਰਿਤ ਅਵਸਥਾ ਕਿਹਾ ਹੈ।
ਜਿੱਥੇ ਮ੍ਰਿਤੂ ਤੋਂ ਕੋਈ ਰਹਿਤ ਹੋ ਜਾਏ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਕਿ ਜਿਸ ਦੀ ਪ੍ਰਸਾਦ ਕਿਰਪਾ ਨਾਲ ਹੇ ਜੀਵ ਤੂੰ 36 ਪ੍ਰਕਾਰ ਦੇ ਖਾਣੇ 6 ਰਸਾਂ ਵਾਲੇ ਵੱਖਰੇ ਵੱਖਰੇ ਸਵਾਦਾਂ ਵਾਲੇ ਤੂੰ ਖਾਣੇ ਖਾਨਾ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਉਹ ਠਾਕੁਰ ਮਾਲਕ ਜੋ ਪਰਮਾਤਮਾ ਜਿਹਦੀ ਕਿਰਪਾ ਨਾਲ ਤੂੰ ਅਨੇਕਾਂ ਪ੍ਰਕਾਰ ਦੇ ਭੋਜਨ ਛਕਦਾ ਵੰਨ ਸੁਵੰਨੇ, ਉਹਨਾਂ ਪਦਾਰਥਾਂ ਨੂੰ ਤੇ ਬੜੇ ਚਿੱਤ 'ਚ ਵਸਾਇਆ ਹੋਇਆ, ਬੜਾ ਲਗਾ ਹੈ ਤੇਰੇ ਮਨ ਅੰਦਰ, ਪਰ ਜਿਸ ਨੇ ਬਖਸ਼ੇ ਹਨ, ਜਿਹਦੀ ਕਿਰਪਾ ਨਾਲ ਤੂੰ ਖਾਨਾ ਹੈ, ਉਸ ਠਾਕੁਰ ਵਾਹਿਗੁਰੂ ਨੂੰ ਵੀ ਆਪਣੇ ਮਨ ਵਿੱਚ ਵਸਾ ਕੇ ਰੱਖ। ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਜਿਸ ਦੀ ਪ੍ਰਸਾਦ ਕਿਰਪਾ ਨਾਲ ਸੁਗੰਧਤ ਸੁਗੰਧੀਆਂ ਵਾਲੇ, ਚੰਗੀਆਂ ਖੁਸ਼ਬੂਆਂ ਵਾਲੇ, ਵਾਸਨਾ ਵਾਲੇ ਜਿਹੜੇ ਪਦਾਰਥ ਆਪਣੇ ਸਰੀਰ 'ਤੇ ਇਤਰ ਫੁਲੇਲ ਤੋਂ ਲਾਉਣਾ, ਤਿਸ ਕਉ ਸਿਮਰਤ ਪਰਮਗਤ ਪਾਵੈ। ਜੇ ਐਸੇ ਵਾਹਿਗੁਰੂ ਨੂੰ ਤੂੰ ਸਿਮਰਨ ਲੱਗ ਪਵੇਂ ਤੇ ਵਾਹਿਗੁਰੂ ਨੂੰ ਸਿਮਰਦਾ ਹੋਇਆ ਤੂੰ ਮਹਾਨ ਉੱਚੀ ਆਤਮਕ ਅਵਸਥਾ, ਪਰਮ ਗਤੀ, ਪਰਮ ਅਵਸਥਾ, ਉਤਕ੍ਰਿਸ਼ਟ ਅਵਸਥਾ ਨੂੰ ਪ੍ਰਾਪਤ ਕਰ ਲਵੇਂਗਾ। ਜੇ ਪ੍ਰਸਾਦ ਬਸਹਿ ਸੁਖ ਮੰਦਰ, ਜਿਸ ਦੀ ਪ੍ਰਸਾਦ ਕਿਰਪਾ ਦੇ ਨਾਲ ਸੁਖ ਮਹਿਲਾਂ 'ਚ, ਸੁਖ ਪੂਰਵਕ ਸੁਖ ਦੇਣ ਵਾਲੇ ਜਿਹੜੇ ਮੰਦਰ ਨੇ ਨਾ, ਪੱਕੇ ਮਕਾਨ, ਉਹਨਾਂ ਵਿੱਚ ਤੂੰ ਵਸਦਾ। ਤਿਸਹਿ ਧਿਆਏ ਸਦਾ ਮਨ ਅੰਦਰ। ਤੈਨੂੰ ਚਾਹੀਦਾ ਕਿ ਜਿਸ ਵਾਹਿਗੁਰੂ ਨੇ ਇੰਨਾ ਕੁਝ ਤੈਨੂੰ ਬਖਸ਼ਿਆ ਹੈ, ਉਹਨੂੰ ਮਨ ਦੇ ਅੰਦਰ ਅੰਦਰ ਹੀ ਧਿਆਇਆ ਕਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਘਰ ਵਿੱਚ, ਜਿੱਥੇ ਜੀਅ ਵਸਦੇ ਹੁਣ ਨੂੰ ਘਰ ਕਿਹਾ ਜਾਂਦਾ, ਜਿੱਥੇ ਕੋਈ ਵੀ ਨਹੀਂ ਵਸਦਾ ਉਹ ਮਕਾਨ ਤਾਂ ਹੁੰਦਾ, ਘਰ ਨਹੀਂ ਹੁੰਦਾ। ਜਿਸ ਦੀ ਕਿਰਪਾ ਨਾਲ ਘਰ ਵਿੱਚ ਜੀਆਂ ਦੇ ਵਿੱਚ ਤੂੰ ਸੁਖ ਦੇ ਸੰਗ ਸਾਥ ਵਸਦਾ ਹੈ। 8 ਪਹਿਰ ਸਿਮਰੋ ਤਿਸ ਰਸਨਾ, ਜਿੱਥੇ ਮਨ ਕਰਕੇ ਸਿਮਰਨਾ, ਮਨ ਦੇ ਅੰਦਰ ਧਿਆਉਣਾ, ਉੱਥੇ ਹਜ਼ੂਰ ਕਹਿੰਦੇ ਨੇ ਰਸਨਾ ਦੇ ਨਾਲ ਵੀ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਆ। ਇਹ ਹੋਰ ਗੱਲਾਂ ਤਾਂ ਬੜੀਆਂ ਅਸੀਂ ਇਸ ਰਸਨਾ ਨਾਲ ਕਰਦੇ ਹਾਂ, ਨਿੰਦਿਆ, ਚੁਗਲੀ, ਸੰਸਾਰਕ ਗੱਲਾਂ, ਝੂਠ, ਪਰ ਹਜ਼ੂਰ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਪਰਮਾਤਮਾ ਨੂੰ 8 ਪਹਿਰ ਸਿਮਰਿਆ ਕਰ। ਜੇ ਪ੍ਰਸਾਦ ਰੰਗ ਰਸ ਭੋਗ, ਜਿਸ ਪਰਮਾਤਮਾ ਦੀ ਕਿਰਪਾ ਨਾਲ ਤੂੰ ਅਨੇਕਾਂ ਤਰ੍ਹਾਂ ਦੇ ਰੰਗ ਜਿਹੜੇ ਮੌਜਾਂ ਹਨ ਉਹ ਮਾਣਦਾ ਹੈ, ਰਸ ਭੋਗਦਾ, ਭੋਗ ਪਦਾਰਥਾਂ ਨੂੰ ਭੋਗਦਾ ਹੈ, ਰਸ ਪੁੰਚਦਾ, ਭੋਗਦਾ, ਮਾਣਦਾ ਹੈ। ਨਾਨਕ ਸਦਾ ਧਿਆਈਐ ਧਿਆਵਨ ਜੋਗ। ਅਸਲ ਵਿੱਚ ਉਹ ਸਿਮਰਨ ਦੇ ਯੋਗ ਹੈ, ਕਿਉਂਕਿ ਸਾਡੇ ਵਾਸਤੇ ਬੜਾ ਜ਼ਰੂਰੀ ਹੈ ਵਾਹਿਗੁਰੂ ਨੂੰ ਸਿਮਰਨਾ, ਜਿਹਦੀ ਕਿਰਪਾ ਨਾਲ ਸਭ ਕੁਝ ਮਿਲਿਆ ਹੈ ਅਤੇ ਜੋ ਹਮੇਸ਼ਾ ਬਖਸ਼ਿਸ਼ਾਂ ਕਰਨ ਵਾਲਾ ਹੈ, ਇਸ ਲਈ ਉਹ ਧਿਆਉਣ ਯੋਗ ਹੈ। ਸੋ ਉਸ ਪਰਮਾਤਮਾ ਨੂੰ ਧਿਆਉਂਦਿਆਂ ਕਿਉਂ ਨਿਮਖ ਘੜੀ ਮੂੰਹ ਮੋੜੀ ਹੈ, ਹਜ਼ੂਰ ਨੇ ਕਿਹਾ, ਉਹ ਧਿਆਵਣ ਯੋਗ ਹੈ, ਸਿਮਰਨ ਕਰਨ ਦੇ ਯੋਗ ਹੈ, ਕਿਉਂਕਿ ਉਹਦੇ ਵਿੱਚ ਕੋਈ ਦੋਸ਼ ਹੀ ਨਹੀਂ ਹੈ। ਹਮੇਸ਼ਾ ਬਖਸ਼ਿਸ਼ਾਂ ਹੀ ਕਰਨੀਆਂ, ਦਿਆਲਤਾ ਹੀ ਕਰਨੀ, ਮਿਹਰਬਾਨਗੀ ਕਰਨੀ, ਕੋਈ ਵਕਾਰ, ਔਗਣ, ਦੋਸ਼ ਜਾਂ ਮਾਇਆ ਦੀ ਅਧੀਨਗੀ ਕੁਛ ਵੀ ਨਹੀਂ ਹੈ ਵਾਹਿਗੁਰੂ ਵਿੱਚ। ਇਸ ਕਰਕੇ ਉਹ ਧਿਆਉਣ ਯੋਗ ਹੈ ਨਾ, ਕਿਉਂਕਿ ਜੈਸਾ ਸੇਵਾ ਤੈਸੋ ਹੋਏ। ਜਿਹੜੇ ਆਪ ਮਾਇਆ ਦੇ ਅਧੀਨ ਹਨ, ਉਹਨਾਂ ਨੂੰ ਧਿਆਉਣ ਨਾਲ ਅਸੀਂ ਸੁਤੰਤਰ ਹੋ ਨਹੀਂ ਸਕਦੇ। ਇਸ ਕਰਕੇ ਧਿਆਉਣ ਯੋਗ, ਸਿਮਰਨ ਯੋਗ ਵਾਹਿਗੁਰੂ ਜੀ ਨੂੰ ਸਦਾ ਹੀ ਧਿਆਉਣਾ ਚਾਹੀਦਾ। ਜਿਹੇ ਪ੍ਰਸਾਦ ਪਾਟ ਪਟੰਬਰ ਹੰਢਾਵਹਿ, ਇਸ ਪੰਕਤੀ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ, ਪਰ ਜਿਹਦੀ ਕਿਰਪਾ ਨਾਲ ਪਾਟ, ਪਾਟ ਨਾਮ ਪਰਦੇ ਦਾ ਕੱਪੜਾ, ਸੂਤੀ ਕੱਪੜਾ, ਕਪਾਸ, ਕਪਾਹ ਤੋਂ ਬਣਿਆ ਕੱਪੜਾ, ਅਤੇ ਪਟ ਨਾਮ ਰੇਸ਼ਮ ਦਾ ਹੈ। ਪਟ ਅੰਬਰ, ਪਟ ਰੇਸ਼ਮ ਦੇ ਅੰਬਰ ਕੱਪੜੇ ਤੂੰ ਹੰਡਾਉਣਾ ਹੈ। ਸੋ ਇਸ ਪ੍ਰਕਾਰ ਜਿਹਦੀ ਕਿਰਪਾ ਨਾਲ ਪਾਟ, ਪਟ ਰੇਸ਼ਮ ਅਤੇ ਪਟੰਬਰ ਰੇਸ਼ਮ ਦੇ ਕੱਪੜੇ ਤੂੰ ਹੰਡਾਉਣਾ ਹੈ। ਤਿਸਹਿ ਤਿਆਗ ਕਤ ਅਵਰ ਲੁਭਾਵੈ, ਤਿਸ ਪਰਮਾਤਮਾ ਨੂੰ ਤਿਆਗ ਕੇ ਕਤ ਕਿੱਥੇ ਹੋਰ ਪਾਸੇ ਤੂੰ ਲੁਭਾਏਮਨ ਹੋ ਰਿਹਾ, ਲਲਚਾ ਰਿਹਾ ਹੈ ਵੀ ਆਹ ਚੀਜ਼ ਮਿਲ ਜੇ, ਆਹ ਚੀਜ਼, ਤੇ ਪਰਮਾਤਮਾ ਦਾ ਚੇਤਾ ਹੀ ਭੁਲਾਇਆ ਹੋਇਆ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਜਿਹਦੀ ਕਿਰਪਾ ਦੇ ਨਾਲ ਛੇਜਾਂ ਦੇ ਉੱਪਰ, ਮਖਮਲੀ ਪਲੰਘਾਂ ਦੇ ਉੱਪਰ, ਸੁੰਦਰ ਸੁੰਦਰ ਪਲੰਘਿਆਂ ਦੇ ਉੱਪਰ ਮਖਮਲੀ ਛੇਜਾਂ ਵਿਛਾ ਕੇ ਅਸੀਂ ਸੌਂਦੇ ਹਾਂ, ਸੁਖ ਦੇ ਸਹਿਤ ਸੌਂਈਦਾ ਹੈ। ਮਾਨੇ 8 ਪਹਿਰ ਤਾਕਾ ਜਸ ਗਾਵੀਜੈ। ਆਪਣੇ ਮਨ ਨੂੰ ਸਮਝਾਓ, ਹਜ਼ੂਰ ਕਹਿੰਦੇ ਵੀ ਮਨਾ 8 ਪਹਿਰ ਤਿਸ ਪਰਮਾਤਮਾ ਦਾ ਜਸ ਗਾਈਦਾ ਹੈ,
ਉਸ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ ਹੈ। ਜੇ ਪ੍ਰਸਾਦ ਤੁਝ ਸਭ ਕੋਊ ਮੰਨੈ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਸਭ ਕੋਈ ਮੰਨਦਾ, ਮਤਲਬ ਸਭ ਕੋਈ ਮਾਣ ਦਿੰਦਾ, ਆਦਰ ਦਿੰਦਾ, ਇੱਜ਼ਤ ਦਿੰਦਾ, ਇਹ ਵਾਹਿਗੁਰੂ ਦੀ ਕਿਰਪਾ ਸਮਝਣੀ ਚਾਹੀਦੀ ਹੈ। ਫੁੱਲਣਾ ਨਹੀਂ ਚਾਹੀਦਾ ਵੀ ਮੈਨੂੰ ਲੋਕ ਬੜਾ ਆਦਰ ਮਾਣ ਦਿੰਦੇ, ਮੇਰੀ ਬੜੀ ਇੱਜ਼ਤ ਹੈ, ਅਤੇ ਇੱਜ਼ਤ ਹੇਠਾਂ ਡਿੱਗਦਿਆਂ ਬੇਇੱਜ਼ਤੀ ਵਿੱਚ ਤਬਦੀਲ ਹੁੰਦਿਆਂ ਵੀ ਚਿਰ ਨਹੀਂ ਲੱਗਦਾ। ਵੱਡਿਆਂ ਦੀ, ਵੱਡੇ ਕਹਾਉਣ ਵਾਲਿਆਂ ਦੀ, ਵੱਡੇ ਇੱਜ਼ਤਦਾਰਾਂ ਦੀ ਇੱਜ਼ਤ ਬਰਬਾਦ ਹੁੰਦੀ ਵੇਖੀ ਗਈ, ਕਿਉਂਕਿ ਵਾਹਿਗੁਰੂ ਨੂੰ ਭੁੱਲ ਗਿਆ ਨਾ ਜੀਵ। ਜਿਹਨੇ ਇੱਜ਼ਤ ਬਖਸ਼ੀ ਉਹਨੂੰ ਭੁੱਲ ਜਾਂਦੇ। ਜਿਹਦੀ ਕਿਰਪਾ ਨਾਲ ਤੈਨੂੰ ਸਭ ਕੋਈ ਮੰਨਦਾ, ਆਦਰ ਦਿੰਦਾ। ਮੁਖ ਤਾਕੋ ਜਸ ਰਸਨ ਬਖਾਨਾ। ਚਾਹੀਦਾ ਇਸ ਜੀਵ ਵਾਸਤੇ ਕਿ ਉਸ ਪਰਮਾਤਮਾ ਦੇ ਜਸ ਨੂੰ ਆਪਣੇ ਮੂੰਹ ਦੁਆਰਾ, ਆਪਣੀ ਰਸਨਾ ਦੁਆਰਾ ਉਹਦਾ ਜਸ ਬੋਲੇ। ਮੁਖ ਤਾਕੋ ਜਸ ਰਸਨ ਬਖਾਨਾ। ਇਹ ਜੀਵ ਉਹਦਾ ਜਸ ਆਪਣੇ ਮੁਖ ਦੁਆਰਾ, ਆਪਣੀ ਰਸਨਾ ਦੁਆਰਾ ਕਥਨ ਕਰੇ, ਬੋਲੇ। ਜੇ ਪ੍ਰਸਾਦ ਤੇਰੋ ਰਹਿਤਾ ਧਰਮ। ਇਹ ਜੀਵ ਜਿਹਦੀ ਕਿਰਪਾ ਦੇ ਨਾਲ ਤੇਰਾ ਦੀਨ ਅਮਾਨ ਧਰਮ ਕਾਇਮ ਰਹਿ ਜਾਂਦਾ। ਧਰਮ ਨਾਮ ਫਰਜ਼ ਦਾ ਹੀ ਹੈ, ਜਿਸ ਕਰਕੇ ਤੇਰੇ ਫਰਜ਼ਾਂ ਦੀ ਪੂਰਤੀ ਹੋ ਰਹੀ ਹੈ, ਆਪਣੇ ਫਰਜ਼ ਅਦਾ ਕਰ ਰਿਹਾ। ਈਮਾਨ ਕਾਇਮ ਰਹਿ ਜਾਂਦਾ, ਧਰਮ ਕਾਇਮ ਰਹਿ ਜਾਂਦਾ। ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਇਸ ਕਰਕੇ ਮਨਾ ਉਸ ਇੱਕੋ ਇੱਕ ਪਰਮਾਤਮਾ ਨੂੰ, ਜਿਹੜਾ ਕੇਵਲ ਇੱਕ ਵਾਹਿਗੁਰੂ ਆ, ਮਤਲਬ ਹੋਰਨਾਂ ਨੂੰ ਨਹੀਂ, ਕੇਵਲ ਤੇ ਕੇਵਲ ਪਾਰ ਬ੍ਰਹਮ ਪਰਮੇਸ਼ਰ, ਜੋ ਪਾਰ ਪਰੇ ਹੈ ਆਪਣੀ ਰਚੀ ਮਾਇਆ ਤੋਂ, ਪਾਰਾਵਾਰ ਤੋਂ, ਪਾਪਾਂ ਪੁੰਨਾਂ ਤੋਂ, ਐਸਾ ਜੋ ਬ੍ਰਹਮ ਸ਼ੁੱਧ ਸਰੂਪ ਹੈ, ਕੇਵਲ ਤੇ ਕੇਵਲ ਸਦਾ ਉਹਦਾ ਹੀ ਧਿਆਨ ਧਰਿਆ ਕਰ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ। ਇੱਕ ਤੇ ਜਿਹੜਾ ਅਕਿਰਤ ਘਣਤਾ ਦਾ ਦੋਸ਼ ਆ ਨਾ ਤੇਰੇ ਸਿਰ ਤੇ, ਰੱਬ ਨੂੰ ਨਾ ਜਪਣ ਕਰਕੇ, ਉਹ ਲੱਥ ਜਾਏਗਾ ਅਤੇ ਨਾਲ ਹੋਰ ਵੀ ਬਖਸ਼ਿਸ਼ਾਂ ਹੋਣਗੀਆਂ। ਪ੍ਰਭੂ ਅਕਾਲ ਪੁਰਖ ਨੂੰ ਜੀ ਨੂੰ ਜਪਦਿਆਂ ਹੋਇਆਂ ਦਰਗਾਹ ਵਿੱਚ ਮਾਣ ਇੱਜ਼ਤ ਪ੍ਰਾਪਤ ਕਰੇਗਾ। ਉੱਥੇ ਸਤਿਕਾਰ ਨਾਲ ਤੈਨੂੰ ਬੈਠਣ ਲਈ ਵਾਹਿਗੁਰੂ ਦੇ ਚਰਨਾਂ 'ਚ ਥਾਂ ਮਿਲੇਗੀ। ਨਾਨਕ ਪਤ ਸੇਤੀ ਘਰ ਜਾਵੈ ਹੈ। ਇੱਥੋਂ ਦੁਨੀਆ ਵਿੱਚੋਂ ਤੇ ਬਨੌਟੀ ਇੱਜ਼ਤ ਲੋਕ ਪ੍ਰਾਪਤ ਕਰ ਲੈਂਦੇ ਨੇ, ਮਾਇਆ ਕਰਕੇ, ਰਾਜਨੀਤਿਕ ਸੱਤਾ ਕਰਕੇ। ਡਰਦੇ ਲੋਕ, ਗਰੀਬ ਲੋਕ ਆਦਰ ਮਾਣ ਦਿੰਦੇ ਨੇ। ਇਹ ਅਸਲੀ ਪਤ ਨਹੀਂ ਹੈ। ਜਿਹਨੂੰ ਲੋਕ ਦਿਲੋਂ ਸਤਿਕਾਰ ਦੇਣ ਉਹ ਪਤ ਹੁੰਦੀ ਹੈ, ਅਤੇ ਉਹ ਚੰਗਿਆਂ ਬੰਦਿਆਂ ਗੁਰਮੁਖਾਂ ਦੀ ਹੀ ਹੁੰਦੀ ਅਸਲ ਵਿੱਚ। ਮਾਇਆਧਾਰੀਆਂ ਦੀ ਪਤ ਕੋਈ ਪਤ ਨਹੀਂ ਹੈ। ਮੁੱਖ 'ਤੇ ਲੋਕ ਕਰਦੇ ਨੇ ਸਿਫਤਾਂ, ਵਡਿਆਈ, ਇੱਜ਼ਤ ਦਿੰਦੇ ਨੇ, ਪਿੱਠ ਪਿੱਛੇ ਮੰਦਾ ਬੋਲਦੇ ਨੇ, ਫਿਰ ਮਰ ਜਾਣ 'ਤੇ ਨਾਮੋ ਨਿਸ਼ਾਨ ਮਿਟ ਜਾਂਦਾ, ਨਿੰਦਿਆ ਹੀ ਹੁੰਦੀ ਰਹਿੰਦੀ ਹੈ ਸਦਾ ਵਾਸਤੇ। ਅਤੇ ਵਾਹਿਗੁਰੂ ਦੀ ਦਰਗਾਹ ਵਿੱਚ ਤੇ ਇੱਜ਼ਤ ਕੀ ਮਿਲਣੀ ਹੈ ਫਿਰ। ਅਤੇ ਜਿਹੜੇ ਲੋਕ ਪਰਮਾਤਮਾ ਦੇ ਪਿਆਰੇ ਹੁੰਦੇ ਨੇ, ਸੰਤ ਭਗਤ, ਉਹਨਾਂ ਦੀ ਅਸਲੀ ਇੱਜ਼ਤ ਹੁੰਦੀ ਹੈ। ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ। ਔਰ ਦਰਗਾਹ ਵਿੱਚ ਵੀ ਮਾਣ ਪਾਉਂਦੇ ਹਨ। ਹਜ਼ੂਰ ਕਹਿੰਦੇ ਪਤ ਇੱਜ਼ਤ ਦੇ ਸੇਤੀ ਸਹਿਤ ਹੋ ਕੇ ਘਰ ਨੂੰ ਜਾਏਗਾ, ਭਾਵ ਪ੍ਰਲੋਕ ਰੂਪੀ ਘਰ ਵਿੱਚ ਜਾਏਗਾ, ਸੱਚਖੰਡ ਦਰਬਾਰ ਵਿੱਚ ਜਾਏਗਾ। ਜੇ ਪ੍ਰਸਾਦ ਆਰੋਗ ਕੰਚਨ ਦੇ, ਜਿਹਦੀ ਕਿਰਪਾ ਦੇ ਨਾਲ ਤੇਰੀ ਕੰਚਨ ਵਰਗੀ, ਸੋਨੇ ਵਰਗੀ ਅਰੋਗ ਭਾਵ ਨਿਰੋਗ, ਰੋਗਾਂ ਤੋਂ ਰਹਿਤ ਦੇਹੀ ਹੈ, ਤੰਦਰੁਸਤੀ ਤੈਨੂੰ ਮਿਲੀ ਹੋਈ ਹੈ। ਲਿਵ ਲਾਵੋ ਤਿਸ ਰਾਮ ਸਨੇਹੀ। ਉਹ ਜਿਹੜਾ ਰਾਮ ਰਮਿਆ ਹੋਇਆ ਨਾ, ਸਨੇਹੀ, ਪ੍ਰੇਮ ਕਰਨ ਵਾਲਾ, ਪ੍ਰੇਮ ਕਰਨ ਦੇ ਯੋਗ, ਉਸ ਪਰਮਾਤਮਾ ਦੇ ਨਾਲ ਆਪਣੇ ਚਿੱਤ ਦੀ ਬਿਰਤੀ ਨੂੰ, ਆਪਣੀ ਸੁਰਤੀ ਨੂੰ ਤੇਲ ਦੀ ਧਾਰਾਵਤ ਲਾਓ। ਭਾਵਿਕ ਰਸ ਉਸ ਵਾਹਿਗੁਰੂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਓਲਾ ਆਸਰੇ ਨੂੰ ਕਿਹਾ ਜਾਂਦਾ, ਅਤੇ ਓਲਾ ਨਾਮ ਪੜਦਾ। ਜਿਹਦੀ ਪ੍ਰਸਾਦ ਕਿਰਪਾ ਨਾਲ ਤੇਰਾ ਓਲਾ ਪੜਦਾ ਰਹਿੰਦਾ ਦੁਨੀਆ 'ਚ। ਜੇ ਪਰਦੇ ਖੁੱਲ੍ਹ ਜਾਣ ਸਾਡਾ ਨਰਾਦਰ ਹੋਵੇਗਾ। ਵਾਹਿਗੁਰੂ ਨੇ ਪਰਦੇ ਢੱਕੇ ਹੋਏ ਨੇ, ਜਿਹਦੀ ਕਿਰਪਾ ਨਾਲ ਤੇਰਾ ਪੜਦਾ ਰਹਿੰਦਾ। ਮਨ ਸੁਖ ਪਾਵਹਿ ਹਰ ਹਰ ਜਸ ਕਹਿਤ। ਓਲਾ ਪਰਦੇ ਦਾ ਮਤਲਬ ਇਹ ਹੈ ਵੀ ਅਸੀਂ ਪਿਛਲੇ ਸਮੇਂ ਦੌਰਾਨ, ਪਿਛਲੀਆਂ ਜਨਮਾਂ 'ਚ ਖਬਰੇ ਕੀ ਕੁਛ ਕੀਤਾ ਹੋਇਆ। ਪਰਮਾਤਮਾ ਨੂੰ ਤਾਂ ਪਤਾ, ਪਰ ਦੁਨੀਆ ਤੋਂ ਪੜਦਾ ਹੈ, ਇੰਝ ਪੜਦਾ ਰਹਿੰਦਾ। ਜੇ ਸਾਡੇ ਪੂਰਬਲੇ ਮਾੜੇ ਕਰਮ ਵੀ ਦੁਨੀਆ ਦੇ ਸਾਹਮਣੇ ਹੋਣ, ਫਿਰ ਸਾਡੀ ਇੱਜ਼ਤ ਨਹੀਂ ਹੋਵੇਗੀ। ਸੋ ਇਸ ਪ੍ਰਕਾਰ ਪਰਮਾਤਮਾ ਪੜਦੇ ਢੱਕਦਾ ਹੈ। ਮਨ ਸੁਖ ਪਾਵਹਿ ਹਰ ਹਰ ਜਸ ਕਹਿਤ। ਹੇ ਮੇਰੇ ਮਨਾ, ਸੁਖ ਪ੍ਰਾਪਤ ਕਰੇਗਾ, ਪਰ ਹਰ ਹਰ ਜਸ ਕਹਿਤ। ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਹੋਇਆ, ਵਾਹਿਗੁਰੂ ਦੇ ਜਸ ਨੂੰ ਬੋਲਦਾ ਹੋਇਆ ਤੂੰ ਆਤਮਿਕ ਸੁਖ ਦੀ ਪ੍ਰਾਪਤੀ ਕਰੇਗਾ।
ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ। ਛਿੱਦਰ ਨਾਮ ਐਬ ਦੋਸ਼ ਗੁਨਾਹ, ਵੈਸੇ ਛਿੱਦਰ ਨਾਮ ਛੇਕ ਦਾ। ਛੇਕ ਦਾ ਅਰਥ ਹੈ ਜਿਹੜੇ ਸਾਡੇ 'ਚ ਊਣਤਾਈਆਂ ਨੇ, ਸਾਡੇ ਦੋਸ਼ ਹਨ, ਐਬ ਹਨ, ਗੁਨਾਹ ਹਨ, ਖਤੇ ਹਨ, ਉਹ ਜਿਸ ਪ੍ਰਸਾਦ, ਜਿਸ ਪ੍ਰਮਾਤਮਾ ਦੀ ਕਿਰਪਾ ਨਾਲ ਤੇਰੇ ਪਰਦੇ, ਤੇਰੇ ਛਿੱਦਰ, ਤੇਰੇ ਦੋਸ਼ ਗੁਨਾਹ ਢੱਕੇ ਹੋਏ ਨੇ ਤੇ ਪਰਦਾ ਪਾਇਆ ਹੋਇਆ ਵਾਹਿਗੁਰੂ ਨੇ। ਮਨ ਸਰਨੀ ਪਰ ਠਾਕੁਰ ਪ੍ਰਭ ਤਾਕ ਹੈ। ਹੇ ਮੇਰੇ ਮਨਾ, ਉਹ ਜਿਹੜਾ ਠਾਕੁਰ ਪ੍ਰਭੂ ਹੈ ਉਸ ਦੀ ਤੂੰ ਸ਼ਰਣੀ ਪੈ ਜਾ। ਉਸ ਠਾਕੁਰ ਪ੍ਰਭੂ ਅਕਾਲ ਪੁਰਖ ਮਾਲਕ ਦੀ ਸ਼ਰਨ ਵਿੱਚ ਪੈ ਜਾ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਜਿਹਦੀ ਕਿਰਪਾ, ਪ੍ਰਸਾਦ ਕਿਰਪਾ ਨਾਲ ਤੇਰੇ ਤੱਕ ਕੋਈ ਨਹੀਂ ਪਹੁੰਚਦਾ, ਭਾਵ ਤੇਰੀ ਬਰਾਬਰੀ ਨਹੀਂ ਕੋਈ ਕਰ ਸਕਦਾ। ਜਿਸ ਪ੍ਰਮਾਤਮਾ ਨੇ ਤੈਨੂੰ ਵੱਡਾ ਬਣਾਇਆ ਹੋਇਆ, ਸਤਿਕਾਰ ਬਖਸ਼ਿਆ, ਇੰਝ ਵੀ ਕਹਿ ਲਓ ਵੀ ਜਿਵੇਂ ਹੋਰ ਸਾਰੀਆਂ ਜੂਨਾਂ ਮਨੁੱਖ ਦੇ ਬਰਾਬਰ ਨਹੀਂ ਪਹੁੰਚਦੀਆਂ, ਇਹ ਵੀ ਤਾਂ ਵਾਹਿਗੁਰੂ ਨੇ ਰੁਤਬਾ ਹੀ ਬਖਸ਼ਿਆ ਨਾ ਮਨੁੱਖ ਨੂੰ। ਅਵਰ ਜੂਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਅਤੇ ਮਨੁੱਖਾਂ ਵਿੱਚੋਂ ਵੀ ਕੁਝ ਮਨੁੱਖ ਉੱਤਮ ਵਡਿਆਈ ਵਾਲੇ ਹੁੰਦੇ ਨੇ, ਸਤਿਕਾਰ ਮਾਣ ਮਿਲਦਾ। ਹਜ਼ੂਰ ਕਹਿੰਦੇ ਨੇ ਜਿੱਥੇ ਤੇਰੇ ਤੱਕ ਕੋਈ ਵੀ ਨਹੀਂ ਪਹੁੰਚਦਾ, ਜਿਹਦੀ ਕਿਰਪਾ ਨਾਲ। ਮਨ ਸਾਥ ਸਾਥ ਸਿਮਰੋ ਪ੍ਰਭੂ ਉੱਚੇ। ਮਨਾ ਐਸੇ ਉੱਚੇ ਪ੍ਰਭੂ ਨੂੰ ਆਉਂਦੇ ਜਾਂਦੇ ਸਾਹ ਨਾਲ, ਹਰ ਇੱਕ ਸਵਾਸ ਸਵਾਸ ਨਾਲ ਸਿਮਰਿਆ ਕਰ। ਜੇ ਪ੍ਰਸਾਦ ਪਾਈ ਦੁਰਲੱਭ ਦੇ, ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੂੰ ਇਹ ਦੇਹੀ, ਮਨੁੱਖਾ ਦੇਹੀ ਪ੍ਰਾਪਤ ਕੀਤੀ, ਜੋ ਕਿ ਬੜੀ ਕਠਿਨਾਈ ਨਾਲ ਲੱਭਦੀ ਹੈ, ਜੋ ਬਹੁਤ ਉੱਚੀਆਂ ਭਾਗਾਂ ਕਰਕੇ ਬੜੀ ਕਠਿਨਾਈ ਨਾਲ, ਔਖਿਆਈ ਨਾਲ ਪ੍ਰਾਪਤ ਹੁੰਦੀ ਦੇਹੀ ਇਹ ਪਾਈ ਹੋਈ ਹੈ ਤੂੰ, ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਪਾਈ ਹੈ। ਨਾਨਕ ਤਾ ਕੀ ਭਗਤ ਕਰੇ, ਤੈਨੂੰ ਚਾਹੀਦਾ। ਹਜ਼ੂਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਤਿਸ ਪਰਮਾਤਮਾ ਦੀ ਤੂੰ ਭਗਤੀ ਕਰਦਾ ਰਵੇਂ। ਜਿਹ ਪ੍ਰਸਾਦ ਆਭੂਖਨ ਪਹਿਰੀਜੈ, ਆਭੂਸ਼ਣ ਸ਼ਬਦ ਤੋਂ ਬਣਿਆ, ਆਭੂਖਨ ਮਤਲਬ ਗਹਿਣੇ। ਸਰੀਰ ਨੂੰ ਸਜਾਉਣ ਵਾਸਤੇ ਜਿਹਦੀ ਪ੍ਰਸਾਦ ਕਿਰਪਾ ਨਾਲ ਅਸੀਂ ਜੀਵ ਆਭੂਖਣ ਪਹਿਨਦੇ ਹਾਂ, ਗਹਿਣੇ ਪਹਿਨਦੇ ਹਾਂ। ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਹੇ ਮਨਾ, ਤਿਸ ਪਰਮਾਤਮਾ ਨੂੰ ਸਿਮਰਦਾ ਹੋਇਆ ਕਿਉਂ ਆਲਸ ਕਰਦਾ। ਇੱਥੇ ਇਹ ਨਾ ਸਮਝਣਾ ਕਿ ਗੁਰੂ ਮਹਾਰਾਜ ਕਹਿੰਦੇ ਨੇ ਕਿ ਗਹਿਣੇ ਜ਼ਰੂਰ ਪਾਓ, ਨਹੀਂ। ਹਜ਼ੂਰ ਨੇ ਕਿਹਾ ਜਨ ਨਾਨਕ ਨਾਮ ਅੰਤਵਾਰ ਗਹਿਣਾ। ਵਾਹਿਗੁਰੂ ਦਾ ਨਾਮ ਹੀ ਗਹਿਣਾ। ਗਹਿਣਾ ਹੁੰਦਾ ਸਾਡੀ ਸਜਾਵਟ ਵਾਸਤੇ, ਸਾਨੂੰ ਸਜਾਉਣ ਲਈ। ਬਾਹਰੀ ਸਜਾਵਟ ਤਾਂ ਗਹਿਣੇ ਨਾਲ ਮਿਲ ਜਾਏਗੀ, ਪਰ ਅੰਦਰ ਨਹੀਂ ਸਵਾਰਿਆ ਹੈ ਅਤੇ ਸਜਾਵਟ ਕਾਹਦੀ। ਅੰਦਰ ਨੂੰ ਸਵਾਰਨਾ ਹੀ ਗਹਿਣੇ ਪਹਿਨਣਾ, ਅਤੇ ਉਹ ਸਵਾਰਨ ਵਾਲਾ ਵਾਹਿਗੁਰੂ ਜੀ ਦਾ ਨਾਮ ਹੈ, ਉਪਦੇਸ਼ ਹੈ, ਗਿਆਨ ਹੈ, ਗੁਰੂ ਕਾ ਸ਼ਬਦ ਹੈ। ਹਜ਼ੂਰ ਕਹਿੰਦੇ ਤਿਸ ਪਰਮਾਤਮਾ ਨੂੰ ਸਿਮਰਦਿਆਂ ਕਿਉਂ ਆਲਸ ਕਰੀਏ। ਫਿਰ ਮਨੁੱਖ ਦਾ ਸੁਭਾਅ ਹੈ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਜਿਸ ਆਹਰ ਉਦਮ ਦੇ ਨਾਲ ਉਧਾਰ ਹੁੰਦਾ, ਉਸ ਆਹਰ ਉਦਮ ਨੂੰ ਕੋਈ ਵਿਰਲਾ ਬੁੱਝਦਾ। ਹਜ਼ੂਰ ਨੇ ਕਿਹਾ ਹੈ ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ। ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਕੀ ਕਾਟ। ਔਰ ਇੰਝ ਵੀ ਕਿਹਾ ਉਦਮ ਕਰੇ ਦਿਆ ਜੀਓ, ਤੂੰ ਕਮਾਵਦਿਆ ਸੁਖ ਪੁੰਚ। ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਿਉਂ ਆਲਸ ਕਰੀਏ। ਫਿਰ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਜਿਸ ਪ੍ਰਮਾਤਮਾ ਦੀ ਪ੍ਰਸਾਦ ਕਿਰਪਾ ਨਾਲ ਅਸਵ ਘੋੜਿਆਂ, ਅਸਤ ਹਾਥੀਆਂ ਦੀ ਅਸਵਾਰੀ ਤੂੰ ਕਰਦਾ। ਅੱਜ ਕੱਲ੍ਹ ਗੱਡੀਆਂ ਮੋਟਰਾਂ ਜਹਾਜ਼ਾਂ ਦੀਆਂ ਸਵਾਰੀਆਂ ਹਨ, ਅਤੇ ਪੁਰਾਣੇ ਸਮੇਂ 'ਚੋਂ ਵਧੀਆ ਜਿਹੜੀਆਂ ਸਵਾਰੀਆਂ ਮੰਨੀਆਂ ਹੋਈਆਂ ਘੋੜਿਆਂ ਦੀਆਂ, ਹਾਥੀਆਂ ਦੀਆਂ, ਔਰ ਇਸੇ ਪ੍ਰਕਾਰ ਰਥਾਂ ਬਹਿਲਾਂ ਦੀਆਂ ਸਵਾਰੀਆਂ। ਜਿਹਦੀ ਕਿਰਪਾ ਨਾਲ ਐਸੀਆਂ ਸਵਾਰੀਆਂ ਮਿਲੀਆਂ ਤੈਨੂੰ ਸੁਖ ਪਾਲਕੀਆਂ 'ਚ ਬਹਿ ਕੇ ਜਾਣ। ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਮਨਾ ਤਿਸ ਪਰਮਾਤਮਾ ਅਕਾਲ ਪੁਰਖ ਨੂੰ ਕਦੇ ਵੀ ਨਾ ਵਿਸਾਰੀ, ਕਦੇ ਨਹੀਂ ਵਿਸਾਰਨਾ ਚਾਹੀਦਾ। ਜੇ ਪ੍ਰਸਾਦ ਬਾਗ ਮਿਲਖ ਧਨਾ, ਜਿਸ ਵਾਹਿਗੁਰੂ ਜੀ ਦੀ ਪ੍ਰਸਾਦ ਬਖਸ਼ਿਸ਼ ਕਿਰਪਾ ਨਾਲ ਬਾਗ ਬਗੀਚਿਆਂ 'ਚ ਘੁੰਮਣਾ ਤੈਨੂੰ ਪ੍ਰਾਪਤ ਹੁੰਦਾ। ਔਰ ਮਿਲਖ ਨਾਮ ਜਗੀਰ ਦਾ, ਜ਼ਮੀਨ ਦਾ, ਅਤੇ ਧਨਾ ਧਨ ਤੈਨੂੰ ਵਰਤਣ ਲਈ ਪ੍ਰਾਪਤ ਹੋਇਆ ਹੋਇਆ। ਜਿਸ ਧਨ ਦੀਆਂ ਮੌਜਾਂ ਮਾਣਦਾ, ਇਹ ਪ੍ਰਮਾਤਮਾ ਦੀ ਬਖਸ਼ਿਸ਼ ਨਾਲ, ਕਿਰਪਾ ਨਾਲ ਮਿਲਿਆ ਸਾਰਾ ਕੁਝ। ਫਿਰ ਰਾਖ ਪਰੋਏ ਪ੍ਰਭ ਆਪਣੇ ਮਨਾ। ਇਸ ਕਰਕੇ ਇਹ ਜੀਵ ਐਸੇ ਪ੍ਰਮਾਤਮਾ ਦੀ ਪ੍ਰੀਤ, ਐਸੇ ਪ੍ਰਮਾਤਮਾ ਦਾ ਨਾਮ ਪਿਆਰ ਆਪਣੇ ਮਨ ਵਿੱਚ ਪਰੋ ਕੇ ਰੱਖਣਾ ਚਾਹੀਦਾ।
जिन तेरी मन बनत बनाई। हे मना, जिस परमात्मा ने तेरी ये सारी बनावट बनाई, जिसने तेरी रचना बनाई है, शरीर बनाया। ਊਠਤ ਬੈਠਤ ਸਦ ਤਿਸਹਿ ਧਿਆਈ। हे ਮਨਾ, ਉੱਠਦਿਆਂ ਬਹਿੰਦਿਆਂ ਸਦਾ ਵਾਸਤੇ ਤਿਸ ਪਰਮਾਤਮਾ ਨੂੰ ਧਿਆਇਆ ਕਰ, ਸਿਮਰਿਆ ਕਰ। ਊਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਤਿਸਹਿ ਧਿਆਏ, ਜੋ ਏਕ ਅਲਖ ਹੈ। ਅਸੀਂ ਉਸ ਪਰਮਾਤਮਾ ਨੂੰ ਧਿਆਉਣ ਵਾਸਤੇ ਤੈਨੂੰ ਕਹਿ ਰਹੇ ਹਾਂ, ਜੋ ਇੱਕੋ ਇੱਕ ਹੈ, ਪਹਿਲਾਂ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਲਈ ਆਉਣ ਵਾਲੇ ਸਮੇਂ 'ਚ ਵੀ ਇੱਕ ਹੀ ਰਹੇਗਾ। ਅਤੇ ਅਲਖ ਹੈ, ਜਿਸ ਨੂੰ ਲਖਿਆ ਨਹੀਂ ਜਾਂਦਾ, ਜੋ ਦ੍ਰਿਸ਼ਟੀ ਗੋਚਰ ਨਹੀਂ, ਜਿਸ ਦੇ ਸਰੂਪ ਨੂੰ ਪੂਰਨ ਤੌਰ 'ਤੇ ਕੋਈ ਜਾਣ ਨਹੀਂ ਸਕਦਾ। ਈਹਾ ਊਹਾ ਨਾਨਕ ਤੇਰੀ ਰੱਖੈ। ਜੇ ਐਸੇ ਵਾਹਿਗੁਰੂ ਨੂੰ ਤੂੰ ਜਪੇ ਤੇ ਇੱਥੇ ਉੱਥੇ ਤੇਰੀ ਪੱਤ ਰੱਖਦਾ ਹੈ, ਤੇਰੀ ਪੈਜ ਰੱਖਦਾ ਹੈ ਪਰਮਾਤਮਾ। ਤਿਸ ਜੇ ਪ੍ਰਸਾਦ ਕਰ ਹੈ ਪੁੰਨ ਬਹੁ ਦਾਨ। ਮਨੁੱਖ ਦਾਨ ਪੁੰਨ ਕਰਕੇ ਬੜਾ ਆਕੜਦਾ, ਇਹ ਵਿਚਾਰਦਾ ਹੀ ਨਹੀਂ ਵੀ ਦਾਨ ਪੁੰਨ ਕਰਨ ਜੋਗਾ ਮੈਂ ਹੋਇਆ ਕਿਵੇਂ। ਜੇ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਅਤੇ ਹੋਰ ਦਾਤਾਂ ਬਖਸ਼ੀਆਂ ਹਨ, ਤੰਦਰੁਸਤੀ ਬਖਸ਼ੀ, ਤੁਰਨ ਫਿਰਨ ਜੋਗੇ, ਜਿਉਂਦੇ ਜਾਗਦੇ ਸਾਹ ਲੈ ਰਹੇ, ਅਤੇ ਫਿਰ ਹੀ ਅਸੀਂ ਕੁਛ ਦਾਨ ਪੁੰਨ ਕਰਨ ਜੋਗੇ ਹੋਏ ਨਾ। ਹਜ਼ੂਰ ਕਹਿੰਦੇ ਦਾਨ ਪੁੰਨ ਕਰਦਾ ਅਤੇ ਆਪਣੇ 'ਤੇ ਲੈ ਲੈਣਾ ਵੀ ਮੈਂ ਕੀਤਾ, ਨਹੀਂ। ਇਹ ਚੇਤਾ ਰੱਖ, ਜਿਸ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਕਰਦਾ ਹੈ ਪੁੰਨ ਪਵਿੱਤਰ ਕਰਮ ਬਹੁਤਾ ਦਾਨ। ਪੁੰਨ ਅਤੇ ਦਾਨ ਬਹੁਤ ਕਰਦਾ ਜਿਸ ਪਰਮਾਤਮਾ ਦੀ ਕਿਰਪਾ ਨਾਲ। ਮਨ 8 ਪਹਿਰ ਕਰ ਤਿਸ ਕਾ ਧਿਆਨ। ਇਹ ਤੈਨੂੰ ਸੁੱਖ ਦੇਣ ਵਾਲੇ ਨੇ ਦਾਨ ਪੁੰਨ, ਪਰ ਵਾਹਿਗੁਰੂ ਦੀ ਕਿਰਪਾ ਨਾਲ ਹੀ ਤੂੰ ਕਰ ਰਿਹਾ। ਫਿਰ ਹੰਕਾਰ ਕਰੇਂਗਾ ਅਤੇ ਇਹਨਾਂ ਦਾ ਫਲ ਵੀ ਨਹੀਂ ਮਿਲਣਾ। ਇਸ ਕਰਕੇ ਤਿਸ ਪਰਮਾਤਮਾ ਅਕਾਲ ਪੁਰਖ ਦਾ 8 ਪਹਿਰ ਧਿਆਨ ਕਰ। ਆਪਣੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਵੱਲ ਲਾ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ। ਆਚਾਰ ਨਾਮ ਕਰਤੱਬਾਂ ਦਾ, ਚੰਗੇ ਸ੍ਰੇਸ਼ਟ ਕਰਮ ਜਾਂ ਰਸਮੋ ਰਿਵਾਜ, ਧਾਰਮਿਕ ਰਹੁ ਰੀਤਾਂ, ਵਿਵਹਾਰੀ ਵਿਹਾਰ ਕਰਨ ਵਾਲਾ। ਇਸ ਪ੍ਰਕਾਰ ਰਸਮੋ ਰਿਵਾਜ ਵਿਹਾਰ ਕਰਨ ਵਾਲਾ ਜਿਸ ਕਰਕੇ ਤੂੰ ਬਣਿਆ, ਜਿਹਦੀ ਕਿਰਪਾ ਨਾਲ। ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ। ਐਸੇ ਪ੍ਰਭੂ ਅਕਾਲ ਪੁਰਖ ਨੂੰ ਸਾਹ ਸਾਹ ਨਾਲ ਚਿਤਾਰਿਆ ਕਰ, ਚੇਤੇ ਕਰਿਆ ਕਰ, ਸਿਮਰਿਆ ਕਰ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ। ਜਿਸ ਆਪਣੇ ਸੋਹਣੇ ਰੂਪ ਦਾ ਮਾਣ ਕਰਦਾ, ਇਹ ਛੱਡ ਦੇ। ਇਹ ਖਿਆਲ ਕਰਕੇ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੇਰਾ ਸਰੂਪ ਰੂਪ ਚਿਹਰੇ ਦਾ ਸੁੰਦਰ ਹੈ, ਚੰਗਾ ਲੱਗਦਾ ਵੇਖਣ ਵਾਲਿਆਂ ਨੂੰ, ਸੋ ਪ੍ਰਭ ਸਿਮਰੋ ਸਦਾ ਅਨੂਪ। ਉਹ ਅਨੂਪ ਲਾਸਾਨੀ ਉਪਮਾ ਤੋਂ ਰਹਿਤ ਵਾਹਿਗੁਰੂ, ਜਿਹਦੇ ਨਾਲ ਕਿਸੇ ਹੋਰ ਚੀਜ਼ ਦੀ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ ਕਿ ਪਰਮਾਤਮਾ ਫਲਾਣੇ ਵਰਗਾ। ਉਹਨੂੰ ਕਹਿੰਦੇ ਨੇ ਅਨੂਪ। ਉਪਮਾ, ਉਪਮਾਨ ਅਤੇ ਉਪਮੇਯ 3 ਚੀਜ਼ਾਂ ਹੁੰਦੀਆਂ ਨੇ। ਜਿਵੇਂ ਦੱਸਣ ਵਾਸਤੇ ਕਿ ਸਾਡੇ ਕਮਾਦ ਦੇ ਗੰਨੇ ਇੰਨੇ ਮਿੱਠੇ ਜਿਵੇਂ ਮਿਸ਼ਰੀ। ਇਸ ਪ੍ਰਕਾਰ ਉਪਮੇਯ ਹੈ ਗੰਨਾ, ਅਤੇ ਉਹਦੀ ਉਪਮਾ, ਮਿਠਾਸ ਦੀ ਉਪਮਾ ਕਰਨ ਵਾਸਤੇ ਲੱਭ ਗਿਆ ਪ੍ਰਮਾਣ, ਉਪਮਾਨ ਲੱਭ ਗਿਆ ਮਿਸ਼ਰੀ। ਗੰਨੇ ਦੀ ਮਿਠਾਸ ਦੀ ਉਪਮਾ ਕਰਨੀ, ਮਿਠਾਸ ਕਰਕੇ ਉਪਮਾ ਨਾ, ਪਰ ਉਹਦੀ ਉਪਮਾ ਕਰਨ ਵਾਸਤੇ ਉਪਮਾਨ ਲੱਭ ਗਿਆ, ਉਹ ਹੈ ਮਿਸ਼ਰੀ। ਅਤੇ ਮਿਸ਼ਰੀ ਵਿੱਚ ਜਿਵੇਂ ਮਿਠਾਸ ਹੁੰਦੀ ਹੈ ਨਾ, ਗੰਨਿਆਂ ਵਿੱਚ ਇਹੋ ਜਿਹੀ ਮਿਠਾਸ ਹੈ। ਪਰ ਵਾਹਿਗੁਰੂ ਪਰਮਾਤਮਾ ਵਰਗਾ ਕੌਣ ਹੈ? ਇਹ ਕਿਹਾ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਸੇ ਵਰਗਾ, ਕਿਉਂਕਿ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੇ ਜਾ। ਇਸ ਕਰਕੇ ਉਸ ਨੂੰ ਕਹਿੰਦੇ ਨੇ ਅਨੂਪ, ਲਾਸਾਨੀ, ਜਿਹਦੇ ਬਰਾਬਰ ਕੋਈ ਹੈ ਹੀ ਨਹੀਂ। ਉਹ ਪਰਮਾਤਮਾ ਜੋ ਲਾਸਾਨੀ ਹੈ, ਉਪਮਾ ਤੋਂ ਰਹਿਤ ਹੈ, ਉਹਨੂੰ ਸਦਾ ਵਾਸਤੇ ਸਿਮਰੋ। ਜਿਹ ਪ੍ਰਸਾਦ ਤੇਰੀ ਨੀਕੀ ਜਾਤ। ਇੱਥੇ ਇਹ ਨਾ ਸਮਝਣਾ ਕਿ ਜਿਹੜੀਆਂ ਜਾਤਾਂ ਹਨ, ਵੀ ਕੋਈ ਬ੍ਰਾਹਮਣ ਹੈ, ਕੋਈ ਸੰਧੂ ਹੈ, ਕੋਈ ਫਲਾਨਾ ਹੈ, ਕੋਈ ਫਲਾਣੀ ਜਾਤ ਦਾ ਹੈ, ਅਸੀਂ ਜੱਟ ਹੁੰਦੇ ਹਾਂ ਜੀ, ਅਸੀਂ ਬ੍ਰਾਹਮਣ ਹੁੰਦੇ ਹਾਂ ਜੀ, ਫਲਾਣੀ ਉੱਚੀ ਜਾਤ ਦੇ, ਇਹ ਨਹੀਂ। ਨੀਕੀ ਜਾਤ ਦਾ ਅਰਥ ਹੈ ਇੱਥੇ ਵੀ ਤੇਰੀ ਮਨੁੱਖ ਜਾਤੀ ਜਿਹੜੀ ਤੈਨੂੰ ਪ੍ਰਾਪਤ ਹੈ, ਕਿਉਂਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਦਸਮ ਪਾਤਸ਼ਾਹ ਨੇ ਕਿਹਾ ਇਹ ਇੱਕ ਜਾਤ ਹੈ, ਮਨੁੱਖ ਜਾਤੀ। ਸਾਰੇ ਮਨੁੱਖ ਇੱਕ ਜਾਤੀ ਦੇ ਨੇ। ਇਹ ਜਾਤੀ ਦੂਜੀਆਂ ਸਾਰੀਆਂ ਜਾਤਾਂ ਤੋਂ ਉੱਤਮ ਹੈ। ਸਾਰੇ ਇਹਦਾ ਪਾਣੀ ਭਰਦੇ ਨੇ, ਸਾਰੇ ਇਹਦੇ ਅਧੀਨ ਨੇ। ਜੋ ਕੁਛ ਇਸ ਮਨੁੱਖ ਜਨਮ ਵਿੱਚ ਕੀਤਾ ਜਾ ਸਕਦਾ, ਹੋਰਨਾਂ ਜਨਮਾਂ 'ਚ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਹਜ਼ੂਰ ਕਹਿੰਦੇ ਜਿਸ ਪਰਮਾਤਮਾ ਦੀ ਪ੍ਰਸਾਦ ਕਿਰਪਾ ਨਾਲ ਤੇਰੀ ਨੀਕੀ ਦਾ ਅਰਥ ਹੈ ਸੋਹਣੀ, ਚੰਗੀ, ਵੱਡੀ ਜਾਤ ਹੈ। ਨੀਕੀ ਦਾ ਅਰਥ ਹੈ ਚੰਗੀ।
सो प्रभ सिमर सदा दिन रात। ऐसा प्रभु जो वाहिगुरु है ਉਹਦਾ सिमरन कर दिने ते रात सदा सदा ले हमेशा हमेशा। ਜੇ ਪ੍ਰਸਾਦ ਤੇਰੀ ਪੱਤ ਹੈ, ਜਿਸ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਨਾਲ ਤੇਰੀ ਪੱਤ ਇੱਜ਼ਤ ਕਾਇਮ ਰਹਿ ਜਾਂਦੀ ਹੈ। ਦਰਗਾਹ ਦੇ ਵਿੱਚ ਵੀ ਜਮ ਬੇਪੱਤ ਨਹੀਂ ਕਰਦੇ, ਇੱਥੇ ਦੁਨੀਆ ਵਿੱਚ ਵੀ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਪੱਤ ਰਹਿੰਦੀ ਹੈ, ਨਹੀਂ ਤਾਂ ਨਹੀਂ। ਗੁਰ ਪ੍ਰਸਾਦ ਨਾਨਕ ਜਸ ਕਹੈ। ਅਤੇ ਐਸੇ ਵਾਹਿਗੁਰੂ ਦਾ ਜਸ ਗੁਰੂ ਦੀ ਕਿਰਪਾ ਨਾਲ ਹੀ ਕਿਹਾ ਜਾਂਦਾ। ਅਤੇ ਤੂੰ ਸਤਿਗੁਰੂ ਦੀ ਸ਼ਰਨ ਪੈ ਅਤੇ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਵਾਹਿਗੁਰੂ ਦਾ ਜਸ ਕਹੋ। ਅਸੀਂ ਗੁਰੂ ਦੀ ਕਿਰਪਾ ਨਾਲ ਐਸੇ ਵਾਹਿਗੁਰੂ ਦਾ ਜਸ ਕਹਿੰਦੇ ਹਾਂ। ਸ਼੍ਰੀ ਗੁਰੂ ਅਰਜਨ ਦੇਵ ਕਹਿ ਰਹੇ ਨੇ, ਜੇ ਪ੍ਰਸਾਦ ਸੁਣ ਹੈ ਕਰਨ ਨਾਦ। ਕਰਨ ਨਾਮ ਇੱਥੇ ਕੰਨਾਂ ਦਾ ਹੈ। ਕਰਨ ਸ਼ਬਦ ਕੰਨਾਂ ਵਾਸਤੇ ਵਰਤਿਆ ਜਾਂਦਾ। ਜਿਸ ਪ੍ਰਮਾਤਮਾ ਦੀ ਪ੍ਰਸਾਦ ਕਿਰਪਾ ਨਾਲ ਤੂੰ ਸੁਣਦਾ ਹੈ ਆਪਣੇ ਕੰਨਾਂ ਦੁਆਰਾ ਨਾਦ, ਉੱਚੀ ਆਵਾਜ਼। ਨਾਦ ਨਾਮ ਆਵਾਜ਼ ਦਾ, ਨਾਦ ਨਾਮ ਸਾਜ਼ਾਂ ਦਾ, ਨਾਦ ਨਾਮ ਸ਼ਬਦ ਆਦਿ ਜਿਹੜੇ ਸੁਣੇ ਜਾਂਦੇ ਨੇ, ਜਾਂ ਬੜਾ ਕੁਝ ਸੁਣਦਾ ਮੈਨੂੰ ਕੰਨਾਂ ਦੇ ਨਾਲ। ਜੇ ਪ੍ਰਸਾਦ ਪੇਖਾ ਹੈ ਬਿਸਮਾਦ। ਜਿਸ ਪਰਮਾਤਮਾ ਦੀ ਪ੍ਰਸਾਦ ਕਿਰਪਾ ਨਾਲ ਤੂੰ ਬੜੀਆਂ ਆਸ਼ਚਰਜਤਾਈ ਵਾਲੀਆਂ ਖੇਡਾਂ ਤਮਾਸ਼ੇ ਵੇਖਦਾ ਹੈ, ਬੜੇ ਆਸ਼ਚਰਜ ਕੌਤਕ ਜਿਨ੍ਹਾਂ ਨੇਤਰਾਂ ਨਾਲ ਤੂੰ ਵੇਖਦਾ ਹੈ ਰੱਬ ਦੇ ਦਿੱਤੇ ਹੋਏ ਨੇ। ਜੇ ਪ੍ਰਸਾਦ ਬੋਲਾ ਹੈ ਅੰਮ੍ਰਿਤ ਰਸਨਾ। ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੇਰੀ ਰਸਨਾ ਬੜੇ ਪਿਆਰੇ ਮਿੱਠੇ ਅੰਮ੍ਰਿਤ ਵਰਗੇ ਬੋਲ ਬੋਲਦੀ ਹੈ। ਜੇ ਪ੍ਰਸਾਦ ਸੁਖ ਸਹਿਜੇ ਬਸਣਾ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸੁਖ ਅਤੇ ਸਹਿਜ ਦੇ ਵਿੱਚ ਤੂੰ ਵਸਦਾ ਹੈ। ਸਰੀਰਕ ਸੁਖ ਹੈ, ਸਹਿਜ ਸੁਭਾਵਕ ਹੀ ਅਡੋਲਤਾ ਵਿੱਚ ਸੁਖ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਆਤਮਿਕ ਸੁਖ ਅਤੇ ਮਾਨਸਿਕ ਅਡੋਲਤਾ ਵੀ ਸਮਝਿਆ ਜਾ ਸਕਦਾ। ਜੇ ਪ੍ਰਸਾਦ ਹਸਤ ਕਰ ਚੱਲਹਿ। ਵੈਸੇ ਕਰ ਨਾਮ ਹੱਥਾਂ ਦਾ, ਹਸਤ ਹਸਤ ਵੀ ਹਾਥੀ ਨੇ, ਅਤੇ ਇੰਝ ਕਹਿ ਲਓ ਕਰ ਨਾਮ ਅੰਗਾਂ ਦਾ ਹੈ। ਜਿਸ ਪ੍ਰਸਾਦ, ਜਿਸ ਪਰਮਾਤਮਾ ਦੀ ਕਿਰਪਾ ਨਾਲ ਤੇਰੇ ਹੱਥ ਅਤੇ ਆਦਿਕ ਅੰਗ ਚੱਲਦੇ ਨੇ, ਕੰਮ ਕਰਦੇ ਨੇ। ਜਾਣੇ ਜੇ ਪ੍ਰਸਾਦ ਸੰਪੂਰਨ ਫਲ ਹੈ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ ਸੰਪੂਰਨ ਰੂਪ ਵਿੱਚ ਫਲਦਾ ਹੈ, ਯਾਨੀ ਪ੍ਰਫੁੱਲਤ ਹੋ ਰਿਹਾ, ਤੈਨੂੰ ਫਲ ਲੱਗਦੇ ਨੇ। ਸੋ ਇਸ ਪ੍ਰਕਾਰ ਫਲਦਾ ਪਿਆ, ਜਿਵੇਂ ਧੀਆਂ ਪੁੱਤਰਾਂ ਰਾਹੀਂ ਫਲਦਾ, ਇਹ ਫਲ ਲੱਗਾ ਅਤੇ ਇਹ ਬੜਾ ਪਰਿਵਾਰ ਦਾ ਫਲਿਆ ਫੁੱਲਿਆ ਹੈ, ਵੱਧਦਾ ਅੱਗੇ, ਫਲਦਾ ਹੈ, ਫੁੱਲਦਾ ਹੈ। ਜੇ ਪ੍ਰਸਾਦ ਪਰਮਗਤ ਪਾਵੈ। ਜਿਸ ਪਰਮਾਤਮਾ ਦੀ ਪ੍ਰਸਾਦ ਕਿਰਪਾ ਨਾਲ ਤੂੰ ਪਰਮ ਗਤੀ ਪਾ ਲਵੇਂਗਾ, ਪਰਮ ਉੱਚੀ ਉਤਕ੍ਰਿਸ਼ਟ ਆਤਮਿਕ ਅਵਸਥਾ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਜੇ ਪ੍ਰਸਾਦ ਸੁਖ ਸਹਿਜ ਸਮਾਵੈ। ਜਿਸ ਪਰਮਾਤਮਾ ਦੀ ਪ੍ਰਸਾਦ ਕਿਰਪਾ ਨਾਲ ਆਤਮਿਕ ਸੁਖ ਵਿੱਚ ਅਤੇ ਮਾਨਸਿਕ ਅਡੋਲਤਾ ਵਿੱਚ ਤੇਰੀ ਸਮਾਈ ਹੁੰਦੀ, ਜਿੱਥੇ ਮਨ ਡਿੱਗਦਾ ਡੋਲਦਾ ਨਹੀਂ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ। ਹੇ ਜੀ, ਵੈਸੇ ਪ੍ਰਭੂ ਦਾ ਤਿਆਗ ਕਰਕੇ ਅਵਰ ਹੋਰ ਕਤ ਕਿੱਥੇ ਲੱਗਦੇ ਪਏ ਹੋ? ਹੋਰ ਕਿਸ ਨਾਲ ਜੁੜਦੇ ਪਏ ਹੋ ਵਾਹਿਗੁਰੂ ਨੂੰ ਛੱਡ ਕੇ? ਗੁਰ ਪ੍ਰਸਾਦ ਨਾਨਕ ਮਨ ਜਾਗੋ। ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣ ਕੇ ਮਨ ਅੰਦਰੋਂ ਜਾਗ ਪਵੋ, ਯਾਨੀ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਹੋ ਜਾਣਾ, ਵਿਕਾਰਾਂ ਤੋਂ ਬਚ ਜਾਣਾ, ਮਾਇਆ ਦੀ ਅਵਿਦਿਆ ਦੀ ਨੀਂਦ ਵਿੱਚੋਂ ਜਾਗ ਪੈਣਾ। ਇੰਝ ਜਾਗ ਪਓ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਗਾਈ। ਮਨ ਸੁੱਤਾ ਹੋਇਆ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਨੇਤਰ ਸੌਂਗੇ ਹਨ ਜਿਨ੍ਹਾਂ ਨੂੰ ਬਗਾਨਾ ਰੂਪ ਤੱਕਣ ਦੀ ਆਦਤ ਹੈ। ਸੋ ਇਸ ਪ੍ਰਕਾਰ ਉਹ ਨੇਤਰ ਜਾਗਦੇ ਸੁੱਤੇ ਹੋਏ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸਰਵਣ ਸੋਏ ਸੁਣ ਨਿੰਦ ਵਿਚਾਰ। ਨਿੰਦਿਆ ਵਾਲੀਆਂ ਵਿਚਾਰਾਂ ਸੁਣਨ ਵਾਸਤੇ ਜਿਹੜੇ ਕੰਨ ਤਤਪਰ ਰਹਿੰਦੇ ਨੇ, ਇਹ ਵੀ ਸੁੱਤੇ ਪਏ ਨੇ। ਔਰ ਰਸਨਾ ਸੋਈ ਲੋਭ ਮਿੱਠੇ ਸਾਧ। ਮਿੱਠੇ ਪਦਾਰਥਾਂ ਦੇ ਸਵਾਦ ਦੇ ਲੋਭ ਵਿੱਚ ਜਿਹੜੀ ਰਸਨਾ ਲੱਗੀ ਹੋਈ ਆ, ਉਹ ਵੀ ਸੁੱਤੀ ਪਈ ਹੈ। ਮਨ ਸੋਇਆ ਮਾਇਆ ਬਿਸਮਾਦ। ਮਨ ਮਾਇਆ ਦੇ ਬਿਸਮਾਦ ਅਸਚਰਜ ਕੌਤਕਾਂ 'ਚ ਫਸਿਆ ਹੋਇਆ, ਹਾਵ ਭਾਵ ਵੇਖਦਾ ਹੋਇਆ ਮਨ ਵੀ ਸੁੱਤਾ ਪਿਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਜਾਂ ਗੁਰੂ ਹਰ ਰਾਏ ਸਾਹਿਬ ਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਜਾਗੇ ਹੋਏ ਮਨ ਦੀ ਨਿਸ਼ਾਨੀ ਲੱਛਣ ਦੱਸੋ? ਤਾਂ ਹਜ਼ੂਰ ਨੇ ਕਿਹਾ ਸੀ, ਮਨ ਜਾਗਿਆ ਕਿ ਇਹ ਨਿਸ਼ਾਨੀ ਤੌਰ ਲੱਗ ਗਿਆ ਮਿੱਠੀ ਬਾਣੀ।
ਹਿਰਦੇ ਦੇ ਵਿੱਚ ਗੁਰੂ ਦੀ ਬਾਣੀ ਹੀ ਮਿੱਠੀ ਲੱਗੇ ਤੇ ਇਹ ਹੁੰਦਾ ਸੁੱਤਾ ਹੋਇਆ ਮਨ ਜਾਗ ਪਿਆ। ਇਹ ਜਾਗਿਆ ਮਨ ਦੀ ਨਿਸ਼ਾਨੀ ਹੈ। ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਉਹ ਕਥਾ ਕਰਨ ਤੋਂ ਬਾਅਦ ਫਿਰ ਮਹਾਰਾਜ ਦੀ ਤਾਬਿਆ ਬਹਿ ਜਾਂਦੇ ਸੀ। ਸਿੰਘਾਂ ਸਾਰਿਆਂ ਨੂੰ ਭੇਜ ਦੇਣਾ ਤੇ ਆਪ ਗੁਰੂ ਗ੍ਰੰਥ ਸਾਹਿਬ ਵਿੱਚ ਬਿਲਾਵਲ ਰਾਗ ਵਿੱਚ ਸ਼ਬਦ ਨੇ। ਬਿਲਾਵਲ ਮਹੱਲਾ ਪੰਜਵਾ, ਦਰਸ਼ਨ ਦੇਖਤ ਦੋਖ ਨੱਸੇ। 822 ਅੰਗ ਤੋਂ 826 ਅੰਗ ਤੱਕ ਸਿਰਫ 4 ਅੰਗ ਗੁਰੂ ਗ੍ਰੰਥ ਸਾਹਿਬ ਦੇ ਉਹ 2.5-3 ਘੰਟਿਆਂ ਵਿੱਚ ਪੜ੍ਹਦੇ ਸੀ ਸਹਿਜੇ ਸਹਿਜੇ ਕਿ ਦਰਸ਼ਨ ਦੇਖਤ ਦੋਖ ਨੱਸੇ, ਜਿਵੇਂ ਗੁਰੂ ਮਹਾਰਾਜ ਨੇ ਗੱਲਾਂ ਕਰੀਆਂ। ਸੋ ਇਸ ਪ੍ਰਕਾਰ ਐਸੇ ਪ੍ਰੇਮ ਰੰਗ ਵਿੱਚ ਉਹ ਰੰਗੇ ਹੋਏ ਸੀ। ਅਤੇ ਇਉਂ ਗੁਰੂ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਇਸ ਮਨ ਨੂੰ ਜਗਾਓ, ਸਿਮਰਨ ਵਾਲੇ ਪਾਸੇ ਜੁੜੇ। ਇਹ ਫਿਰ ਜਾਗ ਪਿਆ ਅਤੇ ਜੇ ਇਹਨੂੰ ਗੱਲਾਂ ਹੀ ਸੰਸਾਰ ਹੀ ਚੰਗਾ ਲੱਗਦਾ ਫਿਰ ਸੁੱਤਾ ਹੋਇਆ, ਸੰਸਾਰ ਦੀ ਆਸਾ ਵਿੱਚ ਇਹ ਸੁੱਤਾ ਹੋਇਆ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਸੰਸਾਰ ਵਿੱਚ ਤੂੰ ਪ੍ਰਗਟ ਹੋਇਆ। ਇਹ ਵੀ ਅਰਥ ਦੂਜਾ ਪ੍ਰਗਟ ਦਾ ਅਰਥ ਤੇਰਾ ਨਾਮਣਾ ਹੈ, ਪ੍ਰਸਿੱਧ ਹੈ ਤੂੰ ਦੁਨੀਆ 'ਚ, ਲੋਕਾਂ ਨੂੰ ਤੇਰੇ ਬਾਰੇ ਪਤਾ। ਇਹ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਹੈ। ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਤਿਸ ਪ੍ਰਭੂ ਅਕਾਲ ਪੁਰਖ ਨੂੰ ਮੂਲ ਉੱਕਾ ਹੀ ਬਿਲਕੁਲ ਹੀ ਨਾ ਵਿਸਾਰ, ਉੱਕਾ ਹੀ ਨਾ ਵਿਸਾਰ। ਮਨ 'ਚ ਚੇਤਾ ਰੱਖ ਹਮੇਸ਼ਾ ਸਿਮਰਨ ਕਰਨ ਵਾਹਿਗੁਰੂ ਦਾ। ਜੇ ਪ੍ਰਸਾਦ ਤੇਰਾ ਪ੍ਰਤਾਪ, ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਤੇਰਾ ਕੁਛ ਪ੍ਰਤਾਪ ਹੈ ਦੁਨੀਆ 'ਚ, ਪ੍ਰਤਾਪ ਪ੍ਰਸਿੱਧੀ ਸਤਿਕਾਰ ਧਨ ਪਦਾਰਥ ਹੋਣੇ ਪ੍ਰਤਾਪ ਹੀ ਹੈ। ਰੇ ਮਨ ਮੂੜ ਤੂੰ ਤਾਕੋ ਜਾਪ, ਹੇ ਮੂੜ ਮੂਰਖਾ ਮਨਾ, ਜਿਹਦੀ ਕਿਰਪਾ ਨਾਲ ਸਭ ਕੁਝ ਮਿਲਿਆ ਉਸ ਵਾਹਿਗੁਰੂ ਨੂੰ ਜਾਪ ਜਾਣ ਤੇ ਜਾਪ ਜਪ, ਉਸ ਵਾਹਿਗੁਰੂ ਦਾ ਜਾਪ ਕਰ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਜਿਸ ਪਰਮਾਤਮਾ ਦੀ ਪ੍ਰਸਾਦ ਕਿਰਪਾ ਨਾਲ ਤੇਰੇ ਪਰਮਾਰਥਕ ਤੇ ਵਿਵਹਾਰਕ ਕਾਰਜ ਪੂਰੇ ਪਾਵਸਰੇ ਚੜ੍ਹਦੇ ਨੇ। ਤਿਸੇ ਜਾਨ ਮਨ ਸਦਾ ਹਜੂਰੇ, ਹੇ ਮਨਾ ਐਸੇ ਵਾਹਿਗੁਰੂ ਪਰਮਾਤਮਾ ਨੂੰ ਬਿਲਕੁਲ ਨੇੜੇ ਜਾਣ, ਆਪਣੇ ਅੰਗ ਸੰਗ ਵਸਦਾ ਜਾਣ, ਹਜੂਰ ਸਾਹਮਣੇ ਜਾਣ ਵਾਹਿਗੁਰੂ ਨੂੰ, ਦੂਰ ਨਾਹੀਂ ਮੇਰੋ ਪ੍ਰਭ ਪਿਆਰੋ। ਜੇ ਪ੍ਰਸਾਦ ਤੂੰ ਪਾਵਹਿ ਸਾਚ, ਜਿਸ ਵਾਹਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਤੂੰ ਪ੍ਰਾਪਤ ਕਰ ਲਵੇਂਗਾ ਸੱਚ ਨੂੰ। ਸੱਚ ਕੀ ਹੈ? ਵਾਹਿਗੁਰੂ ਦਾ ਗਿਆਨ, ਵਾਹਿਗੁਰੂ ਦੇ ਸਰੂਪ ਦੀ ਸਖਿਆਤਤਾ, ਇਹ ਹੈ ਸੱਚ ਦੀ ਪ੍ਰਾਪਤੀ। ਉਸ ਦੀ ਕਿਰਪਾ ਨਾਲ ਹੀ ਤੂੰ ਸੱਚ ਸਰੂਪ ਵਾਹਿਗੁਰੂ ਨੂੰ ਪ੍ਰਾਪਤ ਕਰੇਗਾ। ਰੇ ਮਨ ਮੇਰੇ ਤੂੰ ਤਾਸਿਉ ਰਾਜ, ਹੇ ਮੇਰੇ ਮਨਾ ਐਸੇ ਵਾਹਿਗੁਰੂ ਪਰਮਾਤਮਾ ਨਾਲ ਤੂੰ ਮਗਨ ਹੋ, ਰਚ ਜਾ, ਤਦਾਕਾਰ ਹੋ ਜਾ, ਸਮਾ ਜਾ ਵਾਹਿਗੁਰੂ ਦੇ ਨਾਲ। ਜੇ ਪ੍ਰਸਾਦ ਸਭ ਕੀ ਗਤ ਹੋਏ, ਜਿਸ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਸਭਨਾਂ ਦੀ ਗਤੀ ਕਲਿਆਣ ਹੋ ਜਾਂਦੀ ਹੈ। ਸਾਰੇ ਤਰ ਜਾਂਦੇ ਨੇ ਜਿਹੜੇ ਵੀ ਜੁੜਦੇ ਨੇ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਦੇ। ਨਾਨਕ ਜਾਪ ਜਪੈ ਜਪ ਸੋਏ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅਸੀਂ ਤਾਂ ਐਸੇ ਪਰਮਾਤਮਾ ਨੂੰ, ਸੋਏ ਉਹੀ ਜਿਹੜਾ ਵਾਹਿਗੁਰੂ ਹੈ ਉਹ ਜਪ ਰੂਪ ਹੀ ਹੈ, ਉਹਦੇ ਜਾਪ ਨੂੰ ਜਪਦੇ ਹਾਂ। ਸਾਨੂੰ ਪ੍ਰੇਰਨਾ ਦੇ ਰਹੇ ਨੇ ਵੀ ਉਸ ਜਿਹੜਾ ਜਪ ਰੂਪ ਹੈ ਪਰਮਾਤਮਾ ਨਾ, ਜਾਣਨੇ ਯੋਗ ਵਾਹਿਗੁਰੂ ਜੋ ਸ਼ਬਦ ਰੂਪ ਹੈ, ਉਸੇ ਪਰਮਾਤਮਾ ਦਾ ਹੀ ਜਿਹੜਾ ਜਾਪ ਹੈ ਤੂੰ ਜਪਿਆ ਕਰ। ਆਪ ਜਪਾਏ ਜਪੈ ਸੋ ਨਾਮ। ਹੁਣ ਹਜ਼ੂਰ ਫਰਮਾਉਂਦੇ ਨੇ ਵੀ ਮਾਣ ਨਾ ਕਰੀ, ਮੈਂ ਤਾਕਤ ਰੱਖਦਾ ਮੈਂ ਜਪ ਲਵਾਂਗਾ ਜਾਂ ਮੈਂ ਜਪਦਾ ਹਾਂ, ਨਹੀਂ। ਆਪ ਵਾਹਿਗੁਰੂ ਜਿਸ ਤੋਂ ਜਪਾਏ ਉਹੀ ਵਾਹਿਗੁਰੂ ਦਾ ਨਾਮ ਜਪਦਾ ਹੈ, ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ। ਉਹੀ ਸੋਝੀ ਬਖਸ਼ਦਾ ਹੈ, ਉਹੀ ਪ੍ਰੇਮ ਦੀ ਖਿੱਚ ਪਾਉਂਦਾ ਅਤੇ ਫਿਰ ਹੀ ਕੋਈ ਜਪਦਾ। ਆਪ ਗਵਾਏ ਸੋ ਹਰ ਗੁਣ ਗਾਓ। ਜੇ ਆਪ ਬਖਸ਼ਿਸ਼ ਕਰਕੇ ਆਪਣੇ ਗਾਉਣ ਦੀ ਪ੍ਰੇਰਨਾ ਦਿੰਦਾ ਤਾਂ ਉਹ ਹਰੀ ਦੇ ਗੁਣ ਗਾਉਂਦਾ ਹੈ ਜੀ। ਪਰਮਾਤਮਾ ਆਪ ਗਾਉਣ ਵਾਸਤੇ ਬਲ ਬਖਸ਼ਦਾ, ਪ੍ਰੇਰਨਾ ਦਿੰਦਾ ਜਿਸ ਨੂੰ, ਉਹੀ ਉਹਦੇ ਗੁਣ ਗਾਉਂਦਾ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ। ਪ੍ਰਭੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜੀਵ ਦੇ ਅੰਦਰ ਪ੍ਰਕਾਸ਼ ਚਾਨਣ ਹੁੰਦਾ, ਬੁਰੇ ਭਲੇ ਦਾ, ਬੁਰਾਈ ਭਲਾਈ ਦਾ, ਚੰਗੇ ਮੰਦੇ ਦਾ, ਕੀ ਤਿਆਗਣ ਯੋਗ ਹੈ ਕੀ ਧਾਰਨ ਕਰਨ ਯੋਗ ਹੈ। ਇਉਂ ਗਿਆਨ ਦੀ ਰੌਸ਼ਨੀ, ਗਿਆਨ ਦਾ ਚਾਨਣ ਅੰਦਰ ਹੁੰਦਾ। ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭੂ ਪਰਮਾਤਮਾ ਦੀ ਦਇਆ ਦੇ ਨਾਲ ਹੀ ਜਿਹੜਾ ਸਾਡਾ ਹਿਰਦਾ ਕਮਲ ਹੈ ਇਹ ਵਿਗਾਸ ਦਾ ਖਿੜਦਾ ਹੈ।
ਇਹਦੇ 'ਚ ਖੇੜਾ ਆਉਂਦਾ ਹੈ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ। ਜੇ ਪ੍ਰਭੂ ਭਲੀ ਪ੍ਰਕਾਰ ਪ੍ਰਸੰਨ ਹੁੰਦਾ ਤਾਂ ਹੀ ਜੀਵ ਦੇ ਮਨ ਵਿੱਚ ਉਹ ਵਸਦਾ ਹੈ। ਪ੍ਰਭੂ ਆਪ ਹੀ ਸੋ ਪ੍ਰਸੰਨ ਹੁੰਦਾ, ਫਿਰ ਮਨ 'ਚ ਵਸ ਜਾਂਦਾ। ਪ੍ਰਭ ਦਇਆ ਤੇ ਮਾਤੂ ਉਤਮ ਹੋਏ। ਪ੍ਰਭੂ ਪਰਮਾਤਮਾ ਦੀ ਦਇਆ ਦੇ ਨਾਲ ਹੀ ਉੱਤਮ ਆਤਮ ਵਿਸ਼ੈਣੀ ਮਤ ਅਕਲ ਬੁੱਧੀ ਜੀਵ ਨੂੰ ਪ੍ਰਾਪਤ ਹੁੰਦੀ ਆ। ਸਰਬ ਨਿਧਾਨ ਪ੍ਰਭ ਤੇਰੀ ਮਾਇਆ। ਹੇ ਵਾਹਿਗੁਰੂ ਜੀ, ਤੁਹਾਡੀ ਜੋ ਮਾਇਆ ਮਿਹਰ ਹੈ, ਇਹਦੇ ਨਾਲ ਹੀ ਜੀਵ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ। ਆਪਹੁ ਕਛੂ ਨ ਕਿਨਹੂ ਲਿਆ। ਆਪਣੇ ਯਤਨ ਦੇ ਨਾਲ ਕਿਸੇ ਨੇ ਕੁਛ ਵੀ ਪ੍ਰਾਪਤ ਨਹੀਂ ਕੀਤਾ ਹੈ। ਜਿਤ ਜਿਤ ਲਾਭ ਹੋ ਤਿਤ ਲੱਗਹਿ ਹਰਨਾਥ। ਹੇ ਹਰੀ, ਹੇ ਨਾਥ ਮਾਲਕ ਜੀ, ਜਿੱਧਰ ਜਿੱਧਰ ਤੁਸੀਂ ਲਾਉਂਦੇ ਹੋ ਉਧਰ ਉਧਰ ਹੀ ਇਹ ਜੀਵ ਸਾਰੇ ਲੱਗਦੇ ਨੇ। ਨਾਨਕ ਇਨ ਕੈ ਕਛੂ ਨਾ ਹਾਥ। ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਇਹਨਾਂ ਜੀਆਂ ਦੇ ਆਪਣੇ ਹੱਥ ਵਿੱਚ ਕੁਛ ਵੀ ਨਹੀਂ ਹੈ, ਸਭ ਕੁਝ ਤੁਹਾਡੇ ਹੱਥ ਵਿੱਚ ਹੈ। ਜਾਂ ਕੈ ਹਾਥ ਸਮਰੱਥ ਤੇ ਕਾਰਨ ਕਰਨੈ ਜੋ। ਸ਼ਲੋਕ ਅਗਲਾ 7ਵੀਂ ਅਸ਼ਟਪਦੀ ਦਾ ਸ਼ਲੋਕ ਉਚਾਰਦੇ ਹਨ ਸਤਿਗੁਰੂ ਜੀ ਕਿ ਅਗਮ ਅਗਾਧ ਪਾਰ ਬ੍ਰਹਮ ਸੋਏ। ਕਿ ਭਾਈ ਪਰਮਾਤਮਾ ਮਨ ਦੀ ਪਹੁੰਚ ਤੋਂ ਪਰੇ ਹੈ। ਪੁੱਛੀਏ ਵੀ ਜਿਹਦਾ ਜਾਪ ਕਰਨ ਲਈ ਕਹਿੰਦੇ ਉਹ ਹੈ ਕਿਹੋ ਜਿਹਾ, ਤਾਂ ਹਜ਼ੂਰ ਕਹਿੰਦੇ ਭਾਈ ਮਨ ਦੀ ਪਹੁੰਚ ਤੋਂ ਪਰੇ ਹੈ। ਅਗਾਧ ਡੂੰਘਾ ਹੈ, ਬੜਾ ਗਹਿਰ ਹੈ। ਜਿਵੇਂ ਸਮੁੰਦਰ ਬੜਾ ਗਹਿਰਾ ਹੁੰਦਾ ਡੂੰਘਾਈ ਵਾਲਾ, ਇਸ ਤਰ੍ਹਾਂ ਹੀ ਪਰਮਾਤਮਾ ਦਾ ਗਿਆਨ ਵੀ ਬੜਾ ਡੂੰਘਾ ਹੈ। ਉਹ ਪਾਰ ਬ੍ਰਹਮ ਹੈ, ਮਾਇਆ ਦੇ ਸਰੂਪ ਤੋਂ ਪਰੇ ਹੈ, ਪਾਪਾਂ ਪੁੰਨਾਂ ਤੋਂ ਪਰੇ ਹੈ, ਸਾਰੀ ਸ੍ਰਿਸ਼ਟੀ ਕੁਦਰਤ ਤੋਂ ਪਰੇ ਹੈ, ਸ਼ੁੱਧ ਸਰੂਪ ਹੈ ਉਹ ਵਾਹਿਗੁਰੂ। ਜੋ ਜੋ ਕਹੈ ਸੋ ਮੁਕਤਾ ਹੋਏ। ਫਿਰ ਮਹਾਰਾਜ ਜੀ ਕੋਈ ਤਾਂ ਨਿਸ਼ਾਨੀ ਦੀ ਦੱਸੋ, ਤਾਂ ਹਜ਼ੂਰ ਕਹਿੰਦੇ ਨੇ ਇੰਨੀ ਗੱਲ ਜ਼ਰੂਰ, ਜਿਹੜਾ ਜਿਹੜਾ ਉਹਦੇ ਨਾਮ ਨੂੰ ਕਹਿੰਦਾ ਉਚਾਰਨ ਕਰਦਾ ਉਹ ਮੁਕਤਾ ਸੁਤੰਤਰ ਬੰਦ ਖਲਾਸੀ ਵਾਲਾ ਹੋ ਜਾਂਦਾ, ਮੁਕਤ ਸਰੂਪ ਬੰਧਨਾਂ ਤੋਂ ਛੁੱਟ ਜਾਂਦਾ ਹੈ। ਸੁਨ ਮੀਤਾ ਨਾਨਕ ਬਿਨਵੰਤਾ। ਹਜ਼ੂਰ ਨਿਮਰਤਾ ਨਾਲ ਕਹਿੰਦੇ ਕਿ ਅਸੀਂ ਬੇਨਤੀ ਪੂਰਵਕ ਕਹਿੰਦੇ ਹਾਂ, ਮਿੱਤਰ ਜੀ ਸੁਣੋ, ਸਾਧ ਜਨਾਂ ਕੀ ਅਚਰਜ ਕਥਾ। ਜਿਨ੍ਹਾਂ ਨੇ ਉਸ ਨੂੰ ਜਪਿਆ ਹੈ ਉਹਨਾਂ ਸਾਧੂ ਜਨਾਂ ਦੀ ਬੜੀ ਅਲੌਕਿਕ ਅਸਚਰਜਤਾਈ ਵਾਲੀ ਹੈਰਾਨੀ ਕੁੰਨ ਕਥਾ। ਉਹਨਾਂ ਦੀਆਂ ਗੱਲਾਂ ਬੜੀਆਂ ਹੈਰਾਨੀ ਵਾਲੀਆਂ ਹਨ, ਜੋ ਕੁਝ ਉਹਨਾਂ ਨੂੰ ਪ੍ਰਾਪਤ ਹੋਇਆ ਇਸੇ ਵਾਹਿਗੁਰੂ ਨੂੰ ਜਪ ਕੇ। ਅਤੇ ਇੱਥੋਂ ਨਿਸ਼ਚਾ ਹੁੰਦਾ ਕਿ ਪਰਮਾਤਮਾ ਹੈ, ਅੰਤ ਨਹੀਂ ਹੈ ਪਾਇਆ ਜਾਂਦਾ, ਉਹਦਾ ਸਰੂਪ ਵੀ ਵਰਣਨ ਨਹੀਂ ਹੋ ਸਕਦਾ। ਅਸ਼ਟਪਦੀ 8 ਪਦਿਆਂ ਵਿੱਚ ਸਤਿਗੁਰੂ ਫਿਰ ਖੁਲਾਸਾ ਕਰ ਰਹੇ ਨੇ। ਸਾਧ ਕੈ ਸੰਗ ਮੁਖ ਉਜਲ ਹੋਤ। ਸਾਧੂ ਜੋ ਸ੍ਰੇਸ਼ਟ ਜਨ ਹਨ, ਸਾਧੇ ਹੋਏ ਮਨ ਵਾਲੇ, ਉਹਨਾਂ ਦੀ ਸੰਗਤ ਵਿੱਚ ਮਨੁੱਖ ਦਾ ਮੁਖ ਉਜਲਾ ਹੋ ਜਾਂਦਾ ਹੈ। ਜਿਵੇਂ ਕਿਹਾ ਸੇਵਕ ਦਰਗਹਿ ਸੁਰਖਰੂ ਵੇ ਮੁਖ ਮੁਖ ਕਾਲਾ। ਸਾਧੂ ਦੀ ਸੰਗਤ ਕਰਕੇ ਮਨੁੱਖ ਦੇ ਭੈੜੇ ਕਰਮ ਮਿਟ ਜਾਂਦੇ ਨੇ, ਮਨੁੱਖ ਦੇ ਮਨ ਦੀ ਮੈਲ ਉਤਰ ਜਾਂਦੀ ਹੈ, ਵਾਹਿਗੁਰੂ ਦੇ ਨਾਲ ਜੁੜ ਜਾਂਦਾ। ਅਤੇ ਇਹ ਪਰਮਾਤਮਾ ਦੇ ਨਾਲ ਜੁੜਨ ਦਾ ਪ੍ਰਤਾਪ ਹੈ। ਸਾਧੂ ਪਹਿਲਾਂ ਜੁੜਿਆ ਹੋਇਆ, ਅਸੀਂ ਉਹਦੀ ਸੰਗਤ ਕੀਤੀ, ਸਾਡਾ ਵੀ ਮੁੱਖ ਉਜਲਾ ਹੋ ਜਾਏਗਾ। ਸਾਧ ਸੰਗ ਮਲ ਸਗਲੀ ਖੋਤ। ਸਾਧ ਜਨਾਂ ਦੀ ਸੰਗਤ ਵਿੱਚ ਮਿਲ ਕੇ ਜੀਵ ਆਪਣੇ ਮਨ ਦੀ ਸਾਰੀ ਮੈਲ ਨੂੰ ਨਾਸ ਕਰ ਲੈਂਦਾ। ਸਾਧ ਕੇ ਸੰਗ ਮਿਟੈ ਅਭਿਮਾਨ। ਸਾਧੂ ਕੋਲ ਹੰਕਾਰ ਨਹੀਂ ਹੁੰਦਾ, ਨਿਮਰਤਾ ਹੀ ਨਿਮਰਤਾ ਹੁੰਦੀ ਹੈ, ਅਤੇ ਉਹਦੀ ਸੰਗਤ ਕਰਕੇ ਆਪਣੇ 'ਤੇ ਪ੍ਰਭਾਵ ਪੈਂਦਾ। ਅਭਿਮਾਨ, ਅਬ ਨਾਮ ਹਿਰਦੇ ਦਾ, ਹਿਰਦੇ 'ਚ ਬੈਠਾ ਮਾਣ ਮਿਟ ਜਾਂਦਾ ਹੈ। ਸਾਧ ਕੇ ਸੰਗ ਪ੍ਰਗਟੈ ਸੋ ਗਿਆਨ। ਅਤੇ ਜਦੋਂ ਮਾਣ ਮਿਟਦਾ ਹੈ ਅਤੇ ਫਿਰ ਸਾਧੂ ਦੀ ਸੰਗਤ 'ਚ ਵਸਿਆ ਹੋਇਆ ਸ੍ਰੇਸ਼ਟ ਗਿਆਨ ਅੰਦਰ ਪ੍ਰਗਟ ਹੋ ਜਾਂਦਾ। ਵਾਹਿਗੁਰੂ ਦੇ ਸਰੂਪ ਦਾ ਗਿਆਨ, ਆਤਮਿਕ ਸਰੂਪ ਦੀ ਸਾਖਿਆਤਤਾ, ਨਿਰਾਵਰਨ ਗਿਆਨ, ਪਰੋਖ ਗਿਆਨ, ਛੁਪਿਆ ਹੋਇਆ ਗਿਆਨ, ਉਹ ਪ੍ਰਗਟ ਹੋ ਜਾਂਦਾ ਹੈ। ਸਾਧ ਕੇ ਸੰਗ ਬੁੱਝੈ ਪ੍ਰਭ ਨੇਰਾ। ਸਾਧੂ ਦੀ ਸੰਗਤ ਵਿੱਚ ਵਸਣ ਕਰਕੇ ਮਨੁੱਖ ਪਰਮਾਤਮਾ ਨੂੰ ਅੰਗ ਸੰਗ ਵਸਦਾ, ਬੁੱਝ ਲੈਂਦਾ, ਸਮਝ ਲੈਂਦਾ, ਜਾਣ ਲੈਂਦਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿਤ ਸਹਾਈ। ਸਦ ਹੀ ਨਿਕਟ ਸਭ ਕੈ ਨਿਕਟ ਸਭਨ ਤੇ ਨੇਰਾ। ਇਸ ਪ੍ਰਕਾਰ ਉਹ ਵਾਹਿਗੁਰੂ ਪਰਮਾਤਮਾ ਨੂੰ ਅੰਗ ਸੰਗ ਵਸਦਾ ਜਾਣ ਲੈਂਦਾ, ਸਮਝ ਲੈਂਦਾ, ਬੁੱਝ ਲੈਂਦਾ। ਸਾਧ ਸੰਗ ਸਭ ਹੋਤ ਨਬੇਰਾ। ਸਾਧ ਸੰਗ 'ਚ ਵਸਦਿਆਂ ਹੋਇਆਂ ਸਾਰਾ ਨਬੇੜਾ ਹੋ ਜਾਂਦਾ, ਸਭਨਾਂ ਕਰਮਾਂ ਦਾ ਨਬੇੜਾ ਹੋ ਜਾਂਦਾ। ਜੋ ਮੰਦ ਕਰਮ ਕਮਾਏ ਨਿਬੜ ਜਾਂਦੇ, ਖਤਮ ਹੋ ਜਾਂਦੇ, ਬਖਸ਼ੇ ਜਾਂਦੇ, ਕਿਉਂਕਿ ਮਨ ਦੀ ਮੈਲ ਉਤਰ ਜਾਂਦੀ। ਅੱਗੇ ਵਾਸਤੇ ਕਰਦਾ ਕੁਛ ਨਹੀਂ, ਪਿਛਲਿਆਂ ਦਾ ਪਛਤਾਵਾ ਹੁੰਦਾ, ਅਤੇ ਫਿਰ ਉਹਨਾਂ ਕਰਮਾਂ ਦਾ ਨਬੇੜਾ ਹੋ ਜਾਂਦਾ। ਜਿਵੇਂ ਬਚਨ ਹਨ ਕਿ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ, ਹਮ ਸੰਤਨ ਕੀ ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ।
ਹਮ ਸੰਤਨ ਸਿਉ ਬਣੇ ਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਭਾਈ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹ ਖਾਟਿਆਰ ਭਗਤ ਭਰੇ ਭੰਡਾਰਾ। ਸੰਤਨ ਮੋਕੋ ਪੂੰਜੀ ਸੌਂਪੀ, ਤੋਤਰਿਆ ਮਨ ਕਾ ਧੋਖਾ। ਧਰਮ ਰਾਜਬ ਕਹਾਂ ਕਰੇਗੋ, ਜੋ ਫਾਟਿਓ ਸਗਲੋ ਲੇਖਾ। ਕਰਮਾਂ ਦਾ ਲੇਖਾ ਹੀ ਪਾੜ ਜਾਂਦਾ, ਨਿਬੇੜਾ ਹੀ ਹੋ ਜਾਂਦਾ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧੂ ਦੀ ਸੰਗਤ 'ਚ ਵਸਣ ਵਾਲਾ ਪ੍ਰਾਪਤ ਕਰ ਲੈਂਦਾ ਹੈ ਨਾਮ ਰੂਪੀ ਹੀਰਾ, ਨਾਮ ਰੂਪੀ ਰਤਨ, ਜਿਸ ਦੀ ਕੋਈ ਕੀਮਤ ਹੀ ਨਹੀਂ ਦੇ ਸਕਦਾ। ਉਹ ਪਰਮਾਤਮਾ ਦੇ ਨਾਮ ਦਾ ਰਤਨ ਪ੍ਰਾਪਤ ਕਰ ਲੈਂਦਾ ਜੀ। ਸਾਧ ਕੇ ਸੰਗ ਏਕ ਉਪਰ ਜਤਨ, ਸਾਧੂ ਦੀ ਸੰਗਤ 'ਚ ਵਸ ਕੇ ਫਿਰ ਮਨੁੱਖ ਇੱਕ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਯਤਨ ਕਰਦਾ। ਐਸਾ ਸੁਭਾਅ ਬਣ ਜਾਂਦਾ, ਸੋਝੀ ਆ ਜਾਂਦੀ, ਅੰਦਰ ਗਿਆਨ ਹੋ ਜਾਂਦਾ ਤੇ ਸੰਸਾਰ ਮਿਥਿਆ ਭਾਸਦਾ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਸਾਧੂ ਦੀ ਮਹਿਮਾ ਕੌਣ ਪ੍ਰਾਣੀ ਹੈ, ਕਿਹੜਾ ਵਿਅਕਤੀ ਹੈ ਜੋ ਵਰਣਨ ਕਰ ਸਕਦਾ, ਜੋ ਬਿਆਨ ਕਰ ਸਕਦਾ ਹੈ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਹਜ਼ੂਰ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਸਾਧੂ ਦੀ ਸੋਭਾ ਪ੍ਰਭੂ ਵਿੱਚ ਹੀ ਸਮਾਈ ਹੁੰਦੀ ਹੈ। ਮਤਲਬ ਹੈ ਕਿ ਸਾਧੂ ਦੀ ਜਿਹੜੀ ਸੋਭਾ ਕਰਨ ਵਾਲਾ ਵਿਅਕਤੀ ਹੈ, ਸਾਧੂ ਦੀ ਸੋਭਾ ਕਰਦਾ ਕਰਦਾ ਪਰਮਾਤਮਾ ਦੀ ਸੋਭਾ ਵਿੱਚ ਚਲਿਆ ਜਾਂਦਾ ਹੈ। ਸਾਧੂ ਦੀ ਸੋਭਾ ਪ੍ਰਭੂ ਦੀ ਸੋਭਾ ਵਿੱਚ ਸਮਾ ਜਾਂਦੀ ਹੈ। ਇੰਝ ਕਹਿ ਲਓ ਵੀ ਸਾਧੂ ਦੀ ਸੋਭਾ ਵੀ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਪਰਮਾਤਮਾ ਦੀ। ਏਵੜ ਸੋਭਾ ਜਨੈ ਕੀ, ਜੇਵੜ ਹਰ ਪ੍ਰਤਾਪ ਹੈ। ਸਾਧ ਕਾ ਸੰਗ ਅਗੋਚਰ ਮਿਲੈ, ਸਾਧੂ ਦੀ ਸੰਗਤ 'ਚ ਵਸਣ ਨਾਲ ਅਗੋਚਰ ਜਿਹੜਾ ਇੰਦਰੀਆਂ ਤੋਂ ਅਵਿਸ਼ੇ ਆ ਪਰਮਾਤਮਾ ਬੇਅੰਤ, ਇੰਦਰੀ ਨੇ ਜਿਹਦੇ ਤੱਕ ਪਹੁੰਚ ਸਕਦੇ ਉਹ ਮਿਲ ਪੈਂਦਾ। ਸਾਧ ਕਾ ਸੰਗ ਸਦਾ ਪ੍ਰਫੁੱਲ ਹੈ, ਸਾਧੂ ਦੀ ਸੰਗਤ ਵਿੱਚ ਰਹਿ ਕੇ ਜੀਵ ਸਦਾ ਪ੍ਰਫੁੱਲਤ ਹੁੰਦਾ ਹੈ, ਖਿੜਦਾ ਹੈ। ਮਨ ਵੀ ਖਿੜਿਆ ਰਹਿੰਦਾ, ਮਨ ਖਿੜਿਆ ਹਰਿਆ ਬਾਗ, ਇੰਦਰੀ ਵੀ ਪ੍ਰਫੁੱਲਤ ਹੋਏ ਰਹਿੰਦੇ ਨੇ। ਸੋ ਇਸ ਪ੍ਰਕਾਰ ਸਦਾ ਦਾ ਖੇੜਾ ਪ੍ਰਾਪਤ ਹੁੰਦਾ ਹੈ। ਸਾਧ ਕੇ ਸੰਗ ਆਵਹਿ ਬਸ ਪੰਚਾ, ਸਾਧੂ ਦੀ ਸੰਗਤ 'ਚ ਰਹਿਣ ਕਰਕੇ ਆ ਜਾਂਦੇ ਹਨ ਵਸ ਵਿੱਚ ਪੰਜੇ ਹੀ, ਕਾਮ ਕ੍ਰੋਧ ਮੋਹ ਹੰਕਾਰ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧੂ ਦੀ ਸੰਗਤ 'ਚ ਰਹਿ ਕੇ ਜਿਹੜਾ ਅੰਮ੍ਰਿਤ ਰੂਪ ਰਸ ਪਰਮੇਸ਼ਰ ਦੇ ਨਾਮ ਦਾ ਇਹ ਪੁੰਚਾ ਭੋਗੀ ਦਾ ਹੈ। ਪੁੰਚਾ ਨਾਮ ਪਚਾਉਣ ਦਾ ਵੀ ਹੈ, ਇਹਨੂੰ ਪਚਾਇਆ ਜਾਂਦਾ। ਫਿਰ ਇੱਕ ਹੁੰਦਾ ਵੀ ਕੋਈ ਚੀਜ਼ ਪੀ ਲੈਣੀ ਪਰ ਪਚਣੀ ਨਾ, ਖਾ ਲੈਣੀ ਪਚਣੀ ਨਾ। ਨਿੰਦਿਆ ਚੁਗਲੀ ਕਰਕੇ ਅਸੀਂ ਆਪਣੇ ਕੀਤੇ ਚੰਗੇ ਕਰਮ ਨੂੰ ਕਈ ਵਾਰੀ ਗਵਾ ਲੈਂਦੇ ਹਾਂ। ਸੋ ਜਿਵੇਂ ਬਚਨ ਹਨ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਇਹ ਅੰਮ੍ਰਿਤ ਰਸ ਨੂੰ ਪੁੰਚ ਲਈਦਾ, ਭੋਗ ਲਈਦਾ, ਖਾ ਲਈਦਾ, ਪਚਾ ਲਈਦਾ। ਸਾਧ ਸੰਗ ਹੋਏ ਸਭ ਕੀ ਰਹਿਣ, ਸਾਧੂ ਦੀ ਸੰਗਤ 'ਚ ਵਸਣ ਵਾਲਾ ਜਿਹੜਾ ਵਸਦਾ ਹੈ ਉਹ ਹੋ ਜਾਂਦਾ ਸਭਨਾਂ ਦੀ ਚਰਨ ਧੂੜ, ਭਾਵ ਮਨ ਕਰਕੇ। ਇੱਕ ਤਾਂ ਕਿਹਾ ਨਾ ਹਜ਼ੂਰ ਨੇ, ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ। ਉਹ ਆਤਮਿਕ ਤੌਰ 'ਤੇ ਜੀਵਨ ਤੋਂ ਮਰ ਜਾਂਦੇ ਨੇ, ਧੂੜ ਬਣ ਜਾਂਦੇ। ਇੱਥੇ ਹੈ ਮਨ ਕਰਕੇ ਹੰਕਾਰ ਛੱਡ ਦੇਣਾ, ਇਹ ਰੇਣ ਬਣ ਜਾਣਾ। ਸਾਧਕ ਸੰਗ ਮਨੋਹਰ ਬੈਨ, ਸਾਧੂ ਦੀ ਸੰਗਤ 'ਚ ਵਸਣ ਵਾਲੇ ਦੇ ਬੈਣ ਬਚਨ ਬੜੇ ਮਨੋਹਰ ਹੋ ਜਾਂਦੇ, ਮਨ ਨੂੰ ਹਰ ਲੈਣ ਵਾਲੇ, ਖਿੱਚ ਪਾਉਣ ਵਾਲੇ। ਉਹਦੇ ਬਚਨਾਂ ਦਾ ਦੂਜਿਆਂ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ। ਸਾਧ ਕਾ ਸੰਗ ਨ ਕਤਹੂ ਧਾਵੈ, ਸਾਧੂ ਦੀ ਸੰਗਤ 'ਚ ਵਸਣ ਵਾਲਾ ਕਿਧਰੇ ਵੀ ਨਹੀਂ ਧਾਉਂਦਾ, ਕਤਹੂ ਕਿਸੇ ਪਾਸੇ ਵੀ ਦੌੜ ਭੱਜ ਨਹੀਂ ਕਰਦਾ, ਮਨ ਉਹਦਾ ਮਤਲਬ ਟਿਕ ਜਾਂਦਾ। ਸਾਧ ਸੰਗ ਸਥਿਤ ਮਨ ਪਾਵੈ, ਅਸਥਿਤੀ ਟਿਕਾ ਮਨ ਪ੍ਰਾਪਤ ਕਰ ਲੈਂਦਾ, ਮਨ ਕਰਕੇ ਟਿਕਾ ਪ੍ਰਾਪਤ ਹੋ ਜਾਂਦਾ। ਸਾਧ ਕਾ ਸੰਗ ਮਾਇਆ ਤੇ ਭਿੰਨ, ਸਾਧੂ ਦੀ ਸੰਗਤ 'ਚ ਵਸਣ ਵਾਲਾ ਮਾਇਆ ਦੇ ਪ੍ਰਭਾਵ ਤੋਂ ਭਿੰਨ ਵੱਖਰਾ ਹੋ ਜਾਂਦਾ ਹੈ। ਮਾਇਆ ਤੋਂ ਭਿੰਨ ਹੋ ਜਾਈਦਾ, ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋ ਜਾਈਦਾ, ਸੁਤੰਤਰ ਹੋ ਜਾਈਦਾ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧੂ ਦੀ ਸੰਗਤ 'ਚ ਵਸਣ ਕਰਕੇ ਪ੍ਰਭੂ ਪਰਮਾਤਮਾ ਵੀ ਭਲੀ ਪ੍ਰਕਾਰ ਪ੍ਰਸੰਨ ਹੋ ਜਾਂਦਾ, ਟੁੱਟ ਪੈਂਦਾ, ਬਖਸ਼ਿਸ਼ ਦੇ ਘਰ 'ਚ ਆ ਜਾਂਦਾ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਦੀ ਸੰਗਤ 'ਚ ਵਸਣ ਕਰਕੇ ਜਿਹੜੇ ਸਾਡੇ ਦੁਸ਼ਮਣ ਉਹ ਵੀ ਸਭ ਮਿੱਤਰ ਬਣ ਜਾਂਦੇ ਨੇ। ਜਿਵੇਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੁਸ਼ਮਣ ਨੇ ਨਾ, ਤਾਂ ਇਹ ਵੀ ਮਿੱਤਰ ਬਣ ਜਾਂਦੇ ਨੇ। ਜਿਵੇਂ ਕਿਹਾ, ਸਗਲ ਦੂਤ ਮੇਰੀ ਸੇਵਾ ਲਾਏ, ਸਭ ਇੰਦਰੀਆ ਵਸ ਕਰ ਦਿੱਤੀ ਉਹ ਸਤਵੰਤਾ ਸਾੜਾ, ਜਿਤ ਲਾਈਨ ਤੈ ਲੱਗਦੀ ਆ ਨਹਿ ਖਿੰਜੋ ਤਾੜਾ। ਇਹ ਇੰਦਰੇ ਵੀ ਮਿੱਤਰ ਬਣ ਜਾਂਦੇ ਜਿਹੜੇ ਪਹਿਲਾਂ ਦੁਸ਼ਮਣ ਬਣੇ ਨੇ, ਪ੍ਰਤੱਖ ਵੀ ਦੁਸ਼ਮਣ ਮਿੱਤਰ ਬਣ ਜਾਂਦੇ, ਅਧੀਨ ਹੋ ਜਾਂਦੇ ਨੇ।
ਸਾਧੂ ਕੈ ਸੰਗ ਮਹਾ ਪੁਨੀਤ। ਸਾਧੂ ਦੀ ਸੰਗਤ 'ਚ ਵਸਣ ਕਰਕੇ ਜਿਹੜਾ ਵਸਣ ਵਾਲਾ ਹੈ, ਸੰਗ ਕਰਨ ਵਾਲਾ, ਉਹ ਮਹਾਨ ਪਵਿੱਤਰ ਹੋ ਜਾਂਦਾ। ਪਵਿੱਤਰ 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 ਪੁਨੀਤ, ਉੱਪਰਲਾ ਦਰਜਾ ਪਵਿੱਤਰਤਾ ਦਾ, ਇਹ ਉਹਨੂੰ ਪ੍ਰਾਪਤ ਹੁੰਦਾ ਹੈ। ਸਾਧ ਸੰਗ ਕੇ ਸਿਉ ਨਹੀਂ ਬੈਰ। ਸਾਧੂ ਦੀ ਸੰਗਤ 'ਚ ਵਸਣ ਕਰਕੇ ਸਾਡੇ ਆਪਣੇ ਹਿਰਦੇ ਵਿੱਚ ਵੀ ਕਿਸੇ ਦੇ ਪ੍ਰਤੀ ਕੋਈ ਵੈਰ ਭਾਵਨਾ ਨਹੀਂ ਰਹਿ ਜਾਂਦੀ। ਸਾਧ ਕੈ ਸੰਗ ਨਾ ਬੀਗਾ ਪੈਰ। ਸਾਧੂ ਦੀ ਸੰਗਤ 'ਚ ਵਸਣ ਵਾਲੇ ਦਾ ਪੈਰ ਵਿੰਗਾ ਨਹੀਂ ਹੁੰਦਾ, ਮਤਲਬ ਟੇਢੇ ਪਾਸੇ ਭੈੜੇ ਪਾਸੇ ਪੈਰ ਨਹੀਂ ਪੁੱਟਦਾ, ਉਹਦੇ ਕਦਮ ਮਾੜੇ ਪਾਸੇ ਨਹੀਂ ਜਾਂਦੇ। ਸਾਧ ਕੈ ਸੰਗ ਨਾ ਹੀ ਕੋ ਮੰਦਾ। ਸਾਧੂ ਦੀ ਸੰਗਤ 'ਚ ਰਹਿਣ ਵਾਲੇ ਵਾਸਤੇ ਕੋਈ ਵੀ ਮੰਦਾ ਨਹੀਂ ਰਹਿ ਜਾਂਦਾ, ਜਾਂ ਸਾਧ ਕੀ ਸੰਗਤ ਵਿੱਚ ਵਸਣ ਵਾਲਾ ਕੋਈ ਵੀ ਮੰਦਾ ਨਹੀਂ ਬਣਿਆ ਰਹਿ ਜਾਂਦਾ, ਉਹਦੇ ਵਾਸਤੇ ਕੋਈ ਮੰਦਾ ਨਹੀਂ ਹੁੰਦਾ। ਸਾਧ ਸੰਗ ਜਾਣੇ ਪਰਮਾਨੰਦਾ। ਸਾਧੂ ਦੀ ਸੰਗਤ ਵਿੱਚ ਜਾਣ ਲਿਆ ਉਸਨੇ ਪਰਮਾਨੰਦ ਸਰੂਪ ਪਰਮਾਤਮਾ ਨੂੰ, ਜਾਣਿਆ ਜਾਂਦਾ ਪਰਮਾਨੰਦ ਵਾਹਿਗੁਰੂ ਜੋ ਪਰਮਾਨੰਦ ਸਰੂਪ ਹੈ। ਸਾਧ ਕੈ ਸੰਗ ਨਾਹੀ ਹਉ ਤਾਪ। ਸਾਧੂ ਦੀ ਸੰਗਤ ਵਸਣ ਨਾਲ ਜਿਹੜਾ ਹੰਗਤਾ ਦਾ ਤਾਪ ਹੈ ਨਾ, ਹੰਕਾਰ ਦਾ ਤਾਪ, ਇਹ ਨਹੀਂ ਰਹਿੰਦਾ। ਸਾਧ ਕੈ ਸੰਗ ਤਜੈ ਸਭ ਆਪ। ਸਾਧੂ ਦੀ ਸੰਗਤ ਵਸਣ ਵਾਲਾ ਸਭ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਆਪਣਾ ਆਪਾ ਤਿਆਗ ਦਿੰਦਾ। ਆਪਾ ਭਾਵ ਹੰਕਾਰ। ਆਪੇ ਜਾਣੈ ਸਾਧ ਵਡਾਈ। ਸਾਧੂ ਦੀ ਵਡਿਆਈ ਨੂੰ ਪ੍ਰਮਾਤਮਾ ਖੁਦ ਆਪ ਹੀ ਜਾਣਦਾ। ਨਾਨਕ ਸਾਧ ਪ੍ਰਭੂ ਬਣਿਆਈ। ਸਾਧੂ ਦੀ ਪ੍ਰਭੂ ਪਰਮਾਤਮਾ ਨਾਲ ਪ੍ਰੀਤ ਬਣ ਆਈ ਹੈ, ਅਤੇ ਸਾਧੂ ਨਾਲ ਪ੍ਰਭੂ ਦੀ ਬਣ ਆਈ। ਇਹਨਾਂ ਦੋਵਾਂ ਦੀ ਆਪਸ ਵਿੱਚ ਬਣ ਆਉਂਦੀ ਹੈ। ਜਿਹੜਾ ਵਿਕਾਰੀ ਸੰਸਾਰੀ ਹੰਕਾਰੀ ਹੈ, ਉਹਦੇ ਨਾਲ ਪਰਮਾਤਮਾ ਦੀ ਥੋੜ੍ਹਾ ਬਣ ਆਏਗੀ, ਅਤੇ ਨਾ ਉਹਦੀ ਪਰਮਾਤਮਾ ਨਾਲ ਬਣ ਆਉਂਦੀ ਹੈ। ਉੱਥੇ ਵਿਸ਼ੇ ਸੁਖ ਮਿਠਾਸ ਹੈ ਨਹੀਂ, ਉੱਥੇ ਬੁਰਿਆਈ ਹੈ ਨਹੀਂ, ਉੱਥੇ ਦੋਸ਼ ਹੈ ਨਹੀਂ। ਜਿਹੜਾ ਉਹਦੇ ਵਰਗਾ ਹੀ ਹੋ ਜਾਏ, ਉਹਦੀ ਪਰਮਾਤਮਾ ਨਾਲ ਬਣ ਆਉਂਦੀ ਹੈ। ਸਾਧ ਕੈ ਸੰਗ ਨ ਕਬਹੂ ਧਾਵੈ। ਸਾਧੂ ਦੀ ਸੰਗਤ ਕਰਨ ਕਰਕੇ ਮਨੁੱਖ ਕਦੇ ਵੀ ਕਿਸੇ ਪਾਸੇ ਧਾਉਂਦਾ, ਦੌੜ ਭੱਜ ਨਹੀਂ ਕਰਦਾ। ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧੂ ਦੀ ਸੰਗਤ ਵਿੱਚ ਮਨੁੱਖ ਸਦਾ ਦਾ ਸੁਖ ਪ੍ਰਾਪਤ ਕਰ ਲੈਂਦਾ। ਇੱਥੇ ਖੁੱਖੇ ਨੂੰ ਔਂਕੜ ਲੱਗਾ, ਅਬਿਨਾਸੀ ਸੁਖ, ਆਤਮਿਕ ਸੁਖ ਪ੍ਰਾਪਤ ਕਰ ਲੈਂਦਾ। ਸਾਧ ਸੰਗ ਬਸਤਾ ਗੋਚਰ ਲਹੈ। ਅਗੋਚਰ ਛੁਪੀ ਹੋਈ ਵਸਤੂ ਆਤਮ ਗਿਆਨ, ਇਹ ਪ੍ਰਾਪਤ ਕਰ ਲੈਂਦਾ ਸਾਧ ਦੀ ਸੰਗਤ ਕਰਨ ਵਾਲਾ। ਸਾਧੂ ਕੈ ਸੰਗ ਅਜਰ ਸਹੈ। ਸਾਧੂ ਦੀ ਸੰਗਤ 'ਚ ਵਸਣ ਵਾਲਾ ਅਜਰ ਅਵਸਥਾ ਜਿਹੜੀ ਹੈ ਨਾ, ਜਰੀ ਨਾ ਜਾਣ ਵਾਲੀ, ਜਰੇ ਨਾ ਜਾਣ ਵਾਲੇ ਦੁੱਖ ਵਿਪਤਾ ਤਕਲੀਫਾਂ ਵੀ ਸਹਾਰ ਲੈਂਦਾ। ਭੁੱਖ ਆਦਿ ਦੇ ਦੁੱਖ ਨੂੰ ਸਹਾਰ ਲੈਂਦਾ। ਇਸੇ ਤਰ੍ਹਾਂ ਜਿਹੜੀ ਸ਼ਕਤੀ ਅੰਦਰ ਪੈਦਾ ਹੁੰਦੀ ਹੈ, ਇਹ ਵੀ ਬੜੀ ਅਜਰ ਹੁੰਦੀ ਹੈ, ਇਹਨੂੰ ਵੀ ਸਹਾਰ ਲੈਂਦਾ, ਜਰ ਲੈਂਦਾ। ਸ਼ਕਤੀ ਜਿਹੜੀ ਮਾਨਸਿਕ ਇਕਾਗਰਤਾ ਵਿੱਚੋਂ ਕਰਾਮਾਤਾਂ ਜਨਮ ਲੈਂਦੀਆਂ, ਸ਼ਕਤੀਆਂ ਤਾਕਤਾਂ, ਉਹ ਵੀ ਜਰ ਲੈਂਦਾ। ਅਤੇ ਜਿਹੜੀ ਆਤਮਿਕ ਉੱਚੀ ਅਵਸਥਾ, ਉਹਨੂੰ ਵੀ ਜਰਨਾ ਬੜਾ ਸਹਾਰਨਾ ਔਖਾ ਹੈ, ਉਹ ਵੀ ਜਰ ਲੈਂਦਾ। ਸਾਧ ਕੈ ਸੰਗ ਬਸੈ ਥਾਨ ਉੱਚਾ। ਸਾਧੂ ਦੀ ਸੰਗਤ 'ਚ ਵਸਣ ਵਾਲਾ ਵਸਦਾ ਹੈ ਉੱਚੀ ਅਸਥਾਨ 'ਤੇ। ਆਤਮਿਕ ਉੱਚੀ ਅਵਸਥਾ ਜਿਹੜੀ, ਉਹ ਸਥਾਨ 'ਤੇ ਵਸਦਾ। ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧੂ ਦੀ ਸੰਗਤ 'ਚ ਵਸਣ ਵਾਲਾ ਸਰੂਪ ਰੂਪੀ ਮਹੱਲ ਵਿੱਚ ਪਹੁੰਚ ਜਾਂਦਾ ਹੈ। ਸਾਧ ਕੈ ਸੰਗ ਦ੍ਰਿੜ੍ਹੈ ਸਭ ਧਰਮ। ਸਾਧੂ ਦੀ ਸੰਗਤ ਕਰਨ ਵਾਲਾ ਹਮੇਸ਼ਾ ਦ੍ਰਿੜ ਕਰਦਾ ਸਭ ਧਰਮ ਹੀ ਧਰਮ, ਮਤਲਬ ਆਪਣੇ ਫਰਜ਼ਾਂ ਨੂੰ ਦ੍ਰਿੜ ਕਰਕੇ ਰੱਖਦਾ। ਇਹ ਨਹੀਂ ਵੀ ਆਪਣੇ ਫਰਜ਼ ਭੁੱਲ ਜਾਂਦਾ, ਨਹੀਂ। ਜੋ ਮਨੁੱਖਾ ਦਈ ਦਾ ਫਰਜ਼ ਹੈ ਬੰਦਗੀ ਕਰਨੀ, ਪਰਉਪਕਾਰ ਕਰਨਾ, ਹਰ ਇੱਕ ਜੀਵ ਦੇ ਨਾਲ ਚੰਗਾ ਵਿਹਾਰ ਕਰਨਾ, ਇਹ ਆਪਣਾ ਜਿਹੜਾ ਧਰਮ ਹੈ ਦ੍ਰਿੜ ਕਰਕੇ ਰੱਖਦਾ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧੂ ਦੀ ਸੰਗਤ ਵਿੱਚ ਕੇਵਲ ਤੇ ਕੇਵਲ ਪਾਰ ਬ੍ਰਹਮ ਪਰਮੇਸ਼ਰ ਦਾ ਸਿਮਰਨ ਹੁੰਦਾ। ਸਾਧ ਕੈ ਸੰਗ ਪਾਏ ਨਾਮ ਨਿਧਾਨ। ਸਾਧੂ ਦੀ ਸੰਗਤ 'ਚ ਵਸਣ ਵਾਲਾ ਪ੍ਰਾਪਤ ਕਰ ਲੈਂਦਾ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ। ਨਾਨਕ ਸਾਧੂ ਕੈ ਕੁਰਬਾਨ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ, ਇਸ ਵਾਸਤੇ ਭਾਈ ਸਾਧੂ ਤੋਂ ਕੁਰਬਾਨ ਹੀ ਜਾਣਾ ਚਾਹੀਦਾ। ਸਾਧੂਆਂ ਦੇ ਉੱਤੋਂ ਕੁਰਬਾਨ ਜਾਣਾ ਚਾਹੀਦਾ ਹੈ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ। ਹਰ ਸੰਤ ਪਗੀਲੇ ਪਾਵੈ। ਹਉ ਕਾਟ ਬਾੜ ਸਿਰ ਰੱਖੋ। ਜਿਤ ਨਾਨਕ ਸੰਤ ਚੜ੍ਹ ਆਵੈ। ਸੋ ਇਸ ਪ੍ਰਕਾਰ ਸਾਧ ਕੈ ਸੰਗ ਸਭ ਕੁਲ ਉਧਾਰੈ। ਸਾਧੂ ਦੀ ਸੰਗਤ ਕਰਨ ਵਾਲਾ ਉਹਦੀ ਸੰਗਤ 'ਚ ਵਸਦਾ ਹੋਇਆ ਆਪਣੀਆਂ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦਾ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਦੀ ਸੰਗਤ ਕਰਨ ਵਾਲਾ ਸੱਜਣਾ ਮਿੱਤਰਾਂ ਤੇ ਆਪਣੇ ਕੁਟੰਬ ਕਬੀਲੇ ਪਰਿਵਾਰ ਨੂੰ ਵੀ ਨਿਸਪ੍ਰਪੰਚ ਤੋਂ ਤਾਰ ਲੈਂਦਾ, ਸੰਸਾਰ ਤੋਂ।
ਸਾਧੂ ਕੈ ਸੰਗ ਸੋ ਧਨ ਪਾਵੈ। ਸਾਧੂ ਦੀ ਸੰਗਤ 'ਚ ਰਹਿਣ ਕਰਕੇ ਜੀਵ ਉਹ ਧਨ ਪ੍ਰਾਪਤ ਕਰਦਾ ਹੈ ਜਿਸ ਧਨ ਤੇ ਸਭ ਕੋ ਵਰਸਾਵੈ, ਜਿਸ ਧਨ ਦੁਆਰਾ ਸਭ ਕੋਈ ਵਰੋਸਾਉਂਦਾ ਹੈ, ਸਭ ਕਿਸੇ ਨੂੰ ਲਾਭ ਪ੍ਰਾਪਤ ਹੁੰਦਾ ਹੈ। ਰੱਬ ਦੇ ਨਾਮ ਦਾ ਤਾਂ ਸਭਨਾਂ ਤੇ ਚੰਗਾ ਹੀ ਅਸਰ ਪੈਂਦਾ, ਚੰਗੀਆਂ ਦਾਤਾਂ ਮਿਲਦੀਆਂ। ਹਰ ਇੱਕ ਸਾਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਘਨੇਰੇ। ਜਿਵੇਂ ਕਿਹਾ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿੱਧਰ ਦੀ ਉਹ ਲੰਘਦਾ, ਜਿਹੜੇ ਉਹਦਾ ਦਰਸ਼ਨ ਕਰਦੇ ਨੇ, ਜਿਹੜੇ ਉਹਦੀ ਸੇਵਾ ਕਰਦੇ ਨੇ, ਸਭ ਨੂੰ ਵਰੋਸਾਇਆ ਜਾਂਦਾ, ਸਭਨਾਂ ਨੂੰ ਲਾਭ ਪਹੁੰਚਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ। ਸਾਧੂ ਦੀ ਸੰਗਤ 'ਚ ਰਹਿਣ ਕਰਕੇ ਸੰਗਤ ਵਿੱਚ ਰਹਿਣ ਵਾਲਿਆਂ ਦੀ ਧਰਮਰਾਜ ਵੀ ਸੇਵਾ ਕਰਦਾ। ਜਿਵੇਂ ਬਚਨ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਧਰਮਰਾਜ ਟਹਿਲ ਵਿੱਚ ਲੱਗ ਜਾਂਦਾ ਹੈ। ਸੋ ਇਸ ਪ੍ਰਕਾਰ ਜਮਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਵਾਲੇ ਦੇ ਨੇੜੇ ਨਹੀਂ। ਧਰਮ ਰਾਏ ਜਮ ਨੇੜ ਨਾ ਆਵੇ, ਮੇਰੇ ਠਾਕੁਰ ਕੇ ਜਨ ਪਿਆਰੇ। ਸਾਧਕ ਸੰਗ ਸੋਭਾ ਸੁਰਦੇਵਾ। ਦੇਵਤਿਆਂ ਦਾ ਦੇਵਤਾ ਰਾਜਾ ਯਾਨੀ ਸੁਰਦੇਵਾ ਇੰਦਰ ਨੂੰ ਕਿਹਾ ਜਾਂਦਾ। ਸੁਰਗ ਦਾ ਰਾਜਾ ਇੰਦਰ ਵੀ ਸਾਧੂ ਦੀ ਸੰਗਤ ਕਰਨ ਵਾਲੇ ਦੀ ਸੋਭਾ ਕਰਦਾ। ਸਾਧਕ ਸੰਗ ਸੋਭਾ ਸੁਰਦੇਵਾ। ਦੇਵਤੇ ਵੀ ਉਹਦੀ ਸੋਭਾ ਕਰਨ ਲੱਗ ਪੈਂਦੇ। ਸਾਧੂ ਕੈ ਸੰਗ ਪਾਪ ਪਲਾਇਨ। ਸਾਧੂ ਦੀ ਸੰਗਤ 'ਚ ਰਹਿਣ ਕਰਕੇ ਜਿਹੜੇ ਪਾਪ ਨੇ ਪਲਾਇਨ ਕਰ ਜਾਂਦੇ, ਦੌੜ ਜਾਂਦੇ, ਪਾਪ ਨਾਸ਼ ਹੋ ਜਾਂਦਾ ਹੈ। ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧੂ ਦੀ ਸੰਗਤ 'ਚ ਰਹਿ ਕੇ ਜਿਹੜਾ ਅਮਰ ਕਰਨ ਵਾਲਾ ਪਰਮੇਸ਼ਰ ਹੈ, ਉਹਦੇ ਅਮਰ ਕਰਨ ਵਾਲੇ ਜਿਹੜੇ ਗੁਣ ਹਨ, ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲੇ ਗੁਣ ਗਾਏ ਜਾਂਦੇ ਹਨ। ਸਾਧਕ ਸੰਗ ਸਰਬ ਥਾਨ ਗਮ। ਸਾਧੂ ਦੀ ਸੰਗਤ 'ਚ ਰਹਿਣ ਵਾਲੇ ਨੂੰ ਸਾਰਿਆਂ ਥਾਵਾਂ 'ਤੇ ਗਮਤਾ ਪਹੁੰਚ ਹੋ ਜਾਂਦੀ ਹੈ। ਸਾਧੂ ਦੀ ਸੰਗਤ ਕਰਨ ਵਾਲੇ ਦੀ ਇੰਨੀ ਉੱਚੀ ਅਵਸਥਾ ਹੋ ਜਾਂਦੀ ਕਿ ਸਭ ਸਥਾਨਾਂ 'ਤੇ ਉਹਦੀ ਪਹੁੰਚ ਹੁੰਦੀ ਹੈ। ਸੋ ਇਸ ਪ੍ਰਕਾਰ ਕੋਈ ਵੀ ਸਥਾਨ ਉਸ ਤੋਂ ਦੂਰ ਨਹੀਂ ਹੈ। ਜਿਵੇਂ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਜੀਵਨ ਦਾ ਬਚਨ ਹੈ ਕਿ ਉਹ ਆਪ ਰਾਮਪੁਰ ਖੇੜੇ ਬੈਠੇ ਸੀ ਅਤੇ ਇੱਕ ਮਾਈ ਦੇ ਬੱਚੇ ਨੂੰ, ਨੌਜਵਾਨ ਬੇਟਾ ਸੀ, ਉਹਦਾ ਦਿਲ ਨਹੀਂ ਸੀ ਲੱਗਦਾ ਇੰਗਲੈਂਡ 'ਚ, ਉੱਥੇ ਪਹੁੰਚ ਕੇ ਮਿਲੇ ਸਨ। ਸੋ ਇਸ ਪ੍ਰਕਾਰ ਅਤਿਅੰਤ ਨਿਕਟਵਰਤੀ ਸੇਵਕ ਦੇ ਪੁੱਛਣ 'ਤੇ ਦੱਸਦਾ ਸੀ ਵੀ ਇੱਕ ਵੇਲੇ ਅਸੀਂ ਕਈ ਥਾਵਾਂ 'ਤੇ ਵਿਚਰ ਸਕਦੇ ਹਾਂ। ਇੱਕ ਥਾਂ 'ਤੇ ਨਹੀਂ, ਅਨੇਕਾਂ ਥਾਵਾਂ 'ਤੇ ਗੁਰੂ ਦੀ ਬਖਸ਼ਿਸ਼ ਨਾਲ। ਜਿਉਂ ਸਭਨਾਂ ਥਾਵਾਂ 'ਤੇ ਗਮਤਾ ਹੁੰਦੀ ਹੈ, ਤਿੰਨਾਂ ਜਹਾਨਾਂ ਵਿੱਚ, ਤਿੰਨਾਂ ਲੋਕਾਂ 'ਚ। ਇਹ ਦੱਸਿਆ ਸੀ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ। ਤਿੰਨਾਂ ਸਮਿਆਂ ਦੀ ਅਤੇ ਤਿੰਨਾਂ ਭਵਨਾਂ ਦੀ ਸੋਝੀ ਹੁੰਦੀ ਹੈ ਬ੍ਰਹਮ ਗਿਆਨੀ ਨੂੰ। ਨਾਨਕ ਸਾਧਕ ਸੰਗ ਸਫਲ ਜਨਮ। ਹਜ਼ੂਰ ਫਰਮਾਉਂਦੇ ਨੇ ਸਾਧੂ ਦੀ ਸੰਗਤ ਕਰਨ ਨਾਲ ਮਨੁੱਖਾ ਜਨਮ ਸਫਲਾ ਹੋ ਜਾਂਦਾ, ਫਲ ਦੇ ਸਹਿਤ ਹੋ ਜਾਂਦਾ। ਜਿਸ ਫਲ ਵਾਸਤੇ ਮਨੁੱਖਾ ਜਨਮ ਮਿਲਿਆ ਉਹ ਫਲ ਪ੍ਰਾਪਤ ਹੋ ਜਾਂਦਾ, ਆਤਮ ਗਿਆਨ। ਸਾਧਕ ਸੰਗ ਨਹੀਂ ਕਛ ਘਾਲ। ਸਾਧੂ ਦੀ ਸੰਗਤ ਕਰਨ ਵਾਲੇ ਨੂੰ ਕੁਛ ਤਪੱਸਿਆ ਆਦਿਕ ਦੀ ਘਾਲਣਾ ਨਹੀਂ ਘਾਲਣੀ ਪੈਂਦੀ, ਉਂਝ ਹੀ ਜੀਵਨ ਸਫਲਾ ਹੋ ਜਾਂਦਾ। ਦਰਸ਼ਨ ਭੇਟਤ ਹੋਤ ਨਿਹਾਲ। ਸਾਧੂ ਜੋ ਹੈ ਉਹਦਾ ਦਰਸ਼ਨ ਕਰਨ ਨਾਲ ਹੀ ਦਰਸ਼ਨ ਕਰਨ ਵਾਲਾ ਨਿਹਾਲ ਹੋ ਜਾਂਦਾ ਹੈ। ਇੱਕ ਦੋ ਭਜਨ ਹਨ, ਜਿਵੇਂ ਸੰਤ ਕਰਮ ਸਿੰਘ ਅਤੇ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਬਾਰੇ ਇਹ ਪ੍ਰਸਿੱਧ ਹੈ ਭਜਨ। ਇੰਨਾ ਪ੍ਰਤਾਪ ਸੀ, ਜਿਹੜਾ ਦਰਸ਼ਨ ਕਰਦਾ ਸੀ ਉਹ ਚਰਨਾਂ 'ਤੇ ਡਿੱਗ ਪੈਂਦਾ ਸੀ। ਮੁਸਲਮਾਨ ਵੀ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਚਰਨੀ ਡਿੱਗਦੇ ਸਨ ਔਰ ਕਹਿੰਦੇ ਸੀ ਇਹ ਵਲੀ ਅੱਲਾਹ, ਇਹ ਖੁਦਾ ਰੂਪ ਨੇ, ਖੁਦਾ ਸਰੂਪ ਨੇ। ਇਸ ਪ੍ਰਕਾਰ ਦਾ ਪ੍ਰਤਾਪ ਹੁੰਦਾ ਵਾਹਿਗੁਰੂ ਜੀ ਦੇ ਨਾਮ ਦਾ। ਦਰਸ਼ਨ ਕਰਨ ਵਾਲੇ ਹੀ ਨਿਹਾਲ ਹੋ ਜਾਂਦੇ ਦਰਸ਼ਨ ਕਰਨ ਨਾਲ, ਭਾਵਨਾ ਸਾਹਿਬ। ਜਿਵੇਂ ਇੱਕ ਮਾਰਵਾੜੀਏ ਰਾਜੇ ਨੇ ਗ੍ਰੰਥਾਂ 'ਚੋਂ ਭਜਨ ਪੜ੍ਹਿਆ ਸੀ ਅਤੇ ਫਿਰ ਡੌਂਡੀ ਪਟਵਾਈ ਪੰਜਾਬ 'ਚ, ਅਤੇ ਫਿਰ ਸੰਤ ਈਸ਼ਰ ਸਿੰਘ ਜਿਹੜੇ ਸੀ ਬਰਕਤ ਮਹਾਂਪੁਰਸ਼, ਉਹ ਅਤੇ ਬਾਬਾ ਮਹਿਤਾਬ ਸਿੰਘ ਨਿਰਮਲੇ, ਇਹਨਾਂ ਦੋਵਾਂ ਸੰਤਾਂ ਦਾ ਮਿਲਾਪ ਹੋਇਆ ਸੀ। ਉੱਥੇ ਉਹ ਰਾਜਾ ਆਇਆ ਦੌਧਰ ਪਿੰਡ ਮਾਲਵੇ 'ਚ, ਅਤੇ ਉਹ ਦਰਸ਼ਨ ਕਰਕੇ ਹੀ ਮਨ ਸ਼ਾਂਤ ਹੋ ਗਿਆ ਅਤੇ ਇਕਾਗਰ ਹੋ ਗਿਆ। ਰੱਬ ਦਾ ਨਾਮ ਜਪਣ ਨੂੰ ਦਿਲ ਕਰੇ ਅਤੇ ਫਿਰ ਉਹ ਲੱਖ ਰੁਪਈਆ ਭੇਟਾ ਕਰਦਾ ਸੀ। ਉਹ ਲੈਂਦੇ ਨਹੀਂ ਸਨ ਉਹਨਾਂ ਸਮਿਆਂ 'ਚ। ਇਹ 1837 ਦੀ ਗੱਲ ਹੈ, ਬਿਕਰਮੀ ਸੰਮਤ ਦੀ। ਸੋ ਇਸ ਪ੍ਰਕਾਰ ਦਰਸ਼ਨ ਭੇਟਤ ਹੋਤ ਨਿਹਾਲ, ਭਾਵਨਾ ਅੰਦਰ ਚਾਹੀਦੀ। ਭਾਈ ਵੀਰ ਸਿੰਘ ਨੇ ਲਿਖਿਆ ਕਿ ਸਾਧੂ ਦੇ ਦਰਸ਼ਨ ਕਰਨ ਜਾਓ ਅਤੇ ਭਾਵਨਾ ਸਹਿਤ ਜਾਓ, ਪੂਰੀ ਸ਼ਰਧਾ ਨਾਲ ਜਾਓ। ਅਤੇ ਜੇ ਮਨ ਸ਼ਾਂਤ ਨਾ ਹੋਏ, ਮਨ ਦੇ ਫੁਰਨੇ ਨਾ ਰੁਕਣ, ਅਤੇ ਫਿਰ ਸੰਤ ਦੀ ਕਮਾਈ 'ਚ ਕਸਰ ਹੈ, ਸੰਤ ਪੂਰਾ ਨਹੀਂ।
ਤੇ ਜੇ ਤੁਸੀਂ ਭਾਵਨਾ ਨਾਲ ਨਹੀਂ ਗਏ, ਤਰਕਾਂ ਲੈ ਕੇ ਗਏ ਹੋ, ਕਿੰਤੂ ਪਰੰਤੂ ਨਿੰਦਿਆ ਹਿਰਦੇ ਧਾਰਨ ਕਰਕੇ ਗਏ, ਫਿਰ ਨਹੀਂ ਪੱਲੇ ਕੁਛ ਪੈਣਾ। ਇਹ ਸ਼ਰਧਾ 'ਤੇ ਨਿਰਭਰ ਹੈ ਅਤੇ ਅਗਲੇ ਦੀ ਕਮਾਈ 'ਤੇ ਨਿਰਭਰ ਹੈ। ਕਮਾਈ ਹੋਵੇ ਤਾਂ ਦਰਸ਼ਨ ਕਰਨ ਨਾਲ ਹੀ ਨਿਹਾਲ ਹੋ ਜਾਈਦਾ, ਭਾਵਨਾ ਅੰਦਰ ਹੋਵੇ ਤਾਂ। ਸਾਧਕ ਸੰਗ ਕਲੂਖਤ ਹਰੈ, ਸਾਧੂ ਦੀ ਸੰਗਤ 'ਚ ਰਹਿਣ ਵਾਲੇ ਦਾ ਸਾਰਾ ਪਾਪ ਨਾਸ ਹੋ ਜਾਂਦਾ ਹੈ। ਕਲੂਖਤ ਕਾਲਖ ਜਿਹੜੀ ਮਨ ਦੀ ਮੈਲ ਹੈ ਵੀ ਅਰਥ ਹੈ। ਪਾਪ ਵਿਕਾਰ ਹਰਿਆ ਜਾਂਦਾ, ਨਾਸ ਹੋ ਜਾਂਦਾ ਸਾਰਾ ਹੀ। ਸਾਧਕ ਸੰਗ ਨਰਕ ਪਰ ਹਰੈ, ਸਾਧੂ ਦੀ ਸੰਗਤ ਕਰਨ ਵਾਲਾ ਨਰਕਾਂ ਨੂੰ ਪਰ ਹਰੈ, ਪਰੇ ਕਰ ਦਿੰਦਾ, ਭਾਵ ਨਰਕਾਂ ਤੋਂ ਬਚ ਜਾਂਦਾ। ਨਰਕ ਨਹੀਂ ਉਹਦੇ ਨੇੜੇ ਆ ਸਕਦੇ, ਉਹ ਨਰਕਾਂ 'ਚ ਨਹੀਂ ਜਾਂਦਾ। ਸਾਧਕ ਸੰਗ ਇਹਾਂ ਉਹਾਂ ਸੁਹੇਲਾ, ਸਾਧੂ ਦੀ ਸੰਗਤ ਕਰਨ ਵਾਲਾ ਇਹਾਂ ਇੱਥੇ ਤੇ ਉਹਾਂ ਉੱਥੇ ਪਰਲੋਕ 'ਚ ਦੋਹੀਂ ਜਹਾਨੀ ਸੁਹੇਲਾ ਸੁਖੀ ਹੋ ਜਾਂਦਾ ਹੈ। ਸਾਧ ਸੰਗ ਬਿਸ਼ਰਤ ਹਰ ਮੇਲਾ, ਸਾਧ ਸੰਗਤ ਵਿੱਚ ਮਿਲਣ ਵਾਲਾ ਜਿਹੜਾ ਪ੍ਰਮਾਤਮਾ ਤੋਂ ਪਹਿਲਾਂ ਵਿਛੜਿਆ ਆਇਆ ਸੀ, ਉਹਦਾ ਹਰੀ ਦੇ ਨਾਲ ਮੇਲਾ ਮਿਲਾਪ ਹੋ ਜਾਂਦਾ ਹੈ। ਜੋ ਇੱਛਾ ਸੋਈ ਫਲ ਪਾਵੈ, ਜੋ ਇੱਛਾ ਕਰਦਾ ਹੈ ਸਾਧੂ ਦੀ ਸੰਗਤ ਕਰਨ ਵਾਲਾ ਉਹੀ ਫਲ ਪ੍ਰਾਪਤ ਕਰ ਲੈਂਦਾ। ਸਾਧ ਕੈ ਸੰਗ ਨਾ ਬਿਰਥਾ ਜਾਵੇ, ਸਾਧੂ ਦੀ ਸੰਗਤ 'ਚ ਵਸਣ ਵਾਲਾ ਇਸ ਦੁਨੀਆ ਤੋਂ ਬਿਰਥਾ ਖਾਲੀ ਨਹੀਂ ਜਾਂਦਾ ਹੈ, ਕੁਝ ਲੈ ਕੇ ਹੀ ਜਾਂਦਾ। ਬਿਰਥਾ ਨਹੀਂ ਜਾਂਦਾ, ਖਾਲੀ ਨਹੀਂ, ਵਿਅਰਥ ਨਹੀਂ ਹੁੰਦਾ ਉਹਦਾ ਜੀਵਨ ਹੁੰਦਾ। ਸਾਧੂ ਦੀ ਸੰਗਤ ਕੀਤੀ ਤੇ ਸੰਗਤ ਕੀਤੀ ਵਿਅਰਥ ਚਲੀ ਜਾਏਗੀ, ਲਾਭ ਨਹੀਂ ਮਿਲੇਗਾ, ਐਸਾ ਨਹੀਂ ਹੈ। ਪਾਰ ਬ੍ਰਹਮ ਸਾਧ ਹਿਰਦ ਵਸੈ, ਪਾਰ ਬ੍ਰਹਮ ਪਰਮਾਤਮਾ ਸਾਧੂ ਦੇ ਹਿਰਦੇ 'ਚ ਵਸਦਾ ਹੈ। ਨਾਨਕ ਉਧਰੈ ਸਾਧ ਸੁਨ ਰਸੈ, ਹਜ਼ੂਰ ਫਰਮਾਉਂਦੇ ਨੇ ਸਾਧੂ ਦੀ ਰਸਨਾ ਤੋਂ ਸੁਣ ਕੇ ਪਰਮਾਤਮਾ ਦੇ ਜਸ ਨੂੰ ਜੀਵ ਉਧਰ ਜਾਂਦਾ। ਇੱਕ ਇਹ ਅਰਥ ਆ। ਦੂਜਾ, ਜਿਹੜਾ ਸਾਧੂ ਤੋਂ ਉਪਦੇਸ਼ ਸੁਣ ਕੇ ਫਿਰ ਰਸ ਜਾਂਦਾ ਉਸ ਉਪਦੇਸ਼ ਵਿੱਚ, ਨਾਮ ਵਿੱਚ, ਉਹ ਉਧਰ ਜਾਂਦਾ ਸੰਸਾਰ ਤੋਂ। ਸਾਧਕ ਸੰਗ ਸੁਣੋ ਹਰ ਨਾਉ, ਇਸ ਕਰਕੇ ਭਾਈ ਮੇਰੀ ਤਾਂ ਇੱਛਾ ਸਾਧੂ ਦੀ ਸੰਗਤ 'ਚ ਮਿਲ ਕੇ ਮੈਂ ਰੱਬ ਦਾ ਨਾਮ ਹੀ ਸੁਣਦਾ ਰਹਾਂ। ਅਤੇ ਸਾਨੂੰ ਵੀ ਪ੍ਰੇਰਨਾ ਦੇ ਰਹੇ ਨੇ ਵੀ ਸੁਣੋ ਹਰੀ ਦੇ ਨਾਮ ਨੂੰ। ਸਾਧ ਸੰਗ ਹਰ ਕੇ ਗੁਣ ਗਾਓ, ਮੇਰੀ ਇੱਛਾ ਸਾਧੂ ਦੀ ਸੰਗਤ 'ਚ ਰਹਿ ਕੇ ਮੈਂ ਰੱਬ ਦੇ ਗੁਣ ਗਾਵਾਂ। ਸਾਨੂੰ ਕਹਿ ਰਹੇ ਨੇ ਵੀ ਹਰੀ ਦੇ ਗੁਣ ਗਾਓ ਸਾਧ ਸੰਗਤ ਵਿੱਚ ਮਿਲ ਕੇ। ਸਾਧ ਕੇ ਸੰਗ ਨਾ ਮਨ ਤੇ ਵਿਸਰੈ, ਸਾਧੂ ਦੀ ਸੰਗਤ ਦਾ ਪ੍ਰਤਾਪ ਹੈ ਕਿ ਪਰਮਾਤਮਾ ਮਨ ਵਿੱਚੋਂ ਵਿਸਰਦਾ ਨਹੀਂ ਹੈ। ਸਾਧ ਸੰਗ ਸਰ ਪਰ ਨਿਸਤਰੈ, ਸਾਧੂ ਦੀ ਸੰਗਤ 'ਚ ਵਸਣ ਵਾਲਾ ਸਰ ਪਰ ਜ਼ਰੂਰ ਬਰ ਜ਼ਰੂਰ ਅਵਸ਼ ਜਦੋਂ ਕਦੋਂ ਸੰਸਾਰ ਸਮੁੰਦਰ ਤੋਂ ਤਰਦਾ ਹੈ। ਸਾਧ ਕਾ ਸੰਗ ਲੱਗਾ ਪ੍ਰਭ ਮੀਠਾ, ਸਾਧੂ ਦੀ ਸੰਗਤ ਦਾ ਪ੍ਰਤਾਪ ਹੈ ਕਿ ਪ੍ਰਭੂ ਪਰਮਾਤਮਾ ਮਿੱਠਾ ਲੱਗਣ ਲੱਗ ਪੈਂਦਾ। ਮਿੱਠਾ ਤੋਂ ਭਾਵ ਪਿਆਰਾ ਲੱਗਦਾ ਹੈ। ਸਾਧੂ ਕੈ ਸੰਗ ਘਟ ਘਟ ਡੀਠਾ, ਸਾਧੂ ਦੀ ਸੰਗਤ 'ਚ ਰਹਿ ਕੇ ਘਟ ਘਟ ਹਿਰਦਿਆਂ 'ਚ ਵਸਦਾ ਹੋਇਆ ਪਰਮਾਤਮਾ ਡੀਠਾ ਵੇਖ ਲਈਦਾ ਹੈ, ਭਾਵ ਜਾਣ ਲਈਦਾ ਕਿ ਹਰ ਇੱਕ ਹਿਰਦੇ 'ਚ ਵਸਦਾ ਪਰਮੇਸ਼ਰ। ਸਾਧ ਸੰਗ ਭਏ ਆਗਿਆਕਾਰੀ, ਜਿਨ੍ਹਾਂ ਸਾਧਾਂ ਦੀ ਸੰਗਤ ਕੀਤੀ ਆ ਉਹ ਬਣ ਗਏ ਆਗਿਆਕਾਰੀ, ਭਾਵ ਵਾਹਿਗੁਰੂ ਦੀ ਰਜ਼ਾ ਨੂੰ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲਾ ਬਣ ਗਿਆ ਜੀ। ਸਾਧ ਸੰਗਤ ਭਈ ਹਮਾਰੀ, ਹਮਾਰੀ ਹਮ ਬਹੁ ਵਚਨ ਹੈ, ਸਾਡੀ ਸਾਰਿਆਂ ਦੀ, ਭਾਵ ਜਿਨ੍ਹਾਂ ਨੇ ਸਾਧ ਸੰਗਤ ਕੀਤੀ ਉਹਨਾਂ ਸਾਡੀ ਸਾਰਿਆਂ ਦੀ ਗਤ ਉੱਚੀ ਅਵਸਥਾ ਬਣ ਗਈ, ਗਤ ਕਲਿਆਣ ਮੁਕਤੀ ਹੋ ਗਈ। ਸਾਧ ਕੇ ਸੰਗ ਮਿਟੇ ਸਭ ਰੋਗ, ਸਾਧੂ ਦੀ ਸੰਗਤ ਕਰਨ ਵਾਲੇ ਦੇ ਸਾਰੇ ਰੋਗ, ਕਰਤਾ ਭੋਗਤਾ ਹੰਗਤਾ ਮਮਤਾ ਦੇ ਵਿਕਾਰਾਂ ਦੇ, ਇਹ ਸਭ ਰੋਗ ਮਿਟ ਗਏ। ਨਾਨਕ ਸਾਧ ਭੇਟੇ ਸੰਜੋਗ, ਹਜ਼ੂਰ ਫਰਮਾਉਂਦੇ ਨੇ ਕਿ ਸਾਧੂ ਭੇਟੇ ਮਿਲੇ ਪੂਰਬਲੇ ਸੰਜੋਗਾਂ ਕਰਕੇ, ਯਾਨੀ ਉਤਕ੍ਰਿਸ਼ਟ ਸਵੱਲੇ ਭਾਗਾਂ ਕਰਕੇ ਸਾਧੂ ਦਾ ਮਿਲਾਪ ਹੁੰਦਾ ਹੈ। ਸਾਧ ਕੀ ਮਹਿਮਾ ਭੇਦ ਨਾ ਜਾਣਨਾ ਹੈ, ਸਾਧੂ ਦੀ ਮਹਿਮਾ ਕਿੱਡੀ ਕੁ ਵੱਡੀ ਹੈ। ਅਖੀਰਲੀ ਪੌੜੀ ਵਿੱਚ ਅਸ਼ਟਪਦੀ ਦਾ ਅਖੀਰਲਾ ਪਦ ਹੈ, ਹਜ਼ੂਰ ਕਹਿ ਰਹੇ ਨੇ ਵੀ ਸਾਧੂ ਦੀ ਮਹਿਮਾ ਤਾਂ 4 ਵੇਦ ਵੀ ਨਹੀਂ ਜਾਣਦੇ ਹਨ। 4 ਵੇਦ ਵੱਡੇ ਗ੍ਰੰਥ ਲਿਖੇ ਗਏ, ਕਿੰਨੀ ਵਿਆਖਿਆ। 4 ਵੇਦ ਵੀ ਸਾਧੂ ਦੀ ਮਹਿਮਾ ਨੂੰ ਨਹੀਂ ਜਾਣਦੇ ਹਨ, ਕਿਉਂਕਿ ਜੇਤਾ ਸੁਨਹਿ ਤੇਤਾ ਬਖਿਆਨਾ, ਜਿੰਨਾ ਕੋ ਸੁਣਦੇ ਨੇ ਨਾ, ਯਾਨੀ ਵੇਦਾਂ ਨੂੰ ਰਚਣ ਵਾਲੇ, ਉਹੋ ਜਿਹਾ ਵਿਖਿਆਨ ਕਰਦੇ ਨੇ। ਵੇਦ ਪੜ੍ਹਨ ਵਾਲੇ, ਵੇਦਾਂ ਦੇ ਅਰਥ ਕਰਨ ਵਾਲੇ, ਵੇਦਾਂ ਨੂੰ ਲਿਖਣ ਵਾਲੇ ਜਿੰਨੀ ਕੋ ਸੁਣਦੇ ਹਨ ਮਹਿਮਾ ਸਾਧੂਆਂ ਦੀ, ਪਹਿਲਾਂ ਜੋ ਹੋਏ ਸਾਧੂ ਸੰਤ ਜਿੰਨੀ ਕਿ ਮਹਿਮਾ ਸੁਣ ਲਈ ਉਹਨਾਂ ਨੇ, ਉਨੀ ਕੀ ਉਹ ਵਿਖਿਆਨ ਕਰਦੇ, ਕਥਨ ਕਰਦੇ ਨੇ। ਜੋ ਨਹੀਂ ਪਤਾ ਉਹ ਕਿਵੇਂ ਕਥਨ ਕਰਨ, ਕਿਉਂਕਿ ਵੇਦ 3 ਗੁਣਾਂ ਦਾ ਹੀ ਸਾਰਾ ਖੁਲਾਸਾ ਹੈ, ਰਜੋ ਤਮੋ ਸਤੋ ਗੁਣ ਦਾ, ਅਤੇ ਸਾਧੂ ਚੌਥੇ ਪਦ 'ਤੇ ਪਹੁੰਚਿਆ ਹੋਇਆ। ਸੋ ਹਜ਼ੂਰ ਕਹਿੰਦੇ ਨੇ ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰ, ਸਾਧੂ ਦੀ ਉਪਮਾ ਮਾਇਆ ਦੇ ਜਿਹੜੇ 3 ਗੁਣ ਹਨ, ਰਜੋ ਤਮੋ ਸਤੋ ਗੁਣ, ਇਹ 3 ਸੁਭਾਵਾਂ ਤੋਂ ਦੂਰ ਹੈ। ਉਹ ਚੌਥਾ ਪਦ ਹੁੰਦਾ
ਸਾਧ ਕੀ ਮਹਿਮਾ ਰਹੀ ਭਰਪੂਰ। ਸਾਧ ਕੀ ਉਪਮਾ ਭਰਪੂਰ ਹੋ ਰਹੀ ਹੈ। ਸਾਧੂ ਦੀ ਉਪਮਾ ਰਹੀ ਭਰਪੂਰ। ਜਿਹੜਾ ਭਰਪੂਰ ਪਰਮਾਤਮਾ ਹੈ ਉਹਦੇ ਤੱਕ ਪਹੁੰਚਾ ਦਿੰਦੀ ਹੈ ਸਾਧੂ ਦੀ ਮਹਿਮਾ। ਸੋ ਇਸ ਪ੍ਰਕਾਰ ਸਾਰੇ ਭਰਪੂਰ ਹੋ ਰਹੀ ਹੈ, ਕਿਉਂਕਿ ਪਰਮਾਤਮਾ ਦੀ ਮਹਿਮਾ ਭਰਪੂਰ ਹੈ, ਸਾਰੇ ਉਸ ਮਾਇਆ ਵਿਆਪਕ ਹੈ। ਇਸ ਕਰਕੇ ਸਾਧੂ ਦੀ ਉਪਮਾ ਵੀ ਵਿਆਪਕ ਹੋ ਰਹੀ ਹੈ। ਸਾਧ ਕੀ ਸੋਭਾ ਕਾ ਨਾ ਹੀ ਅੰਤ। ਸਾਧੂ ਦੀ ਸੋਭਾ ਦਾ ਕੋਈ ਅੰਤ ਹੀ ਨਹੀਂ ਹੈ, ਕਿੱਡੀ ਕੁ ਵੱਡੀ, ਜਿਵੇਂ ਪਰਮਾਤਮਾ ਦੀ ਸੋਭਾ ਦਾ ਅੰਤ ਨਹੀਂ। ਸਾਧ ਕੀ ਸੋਭਾ ਸਦਾ ਬੇਅੰਤ। ਸਾਧੂ ਦੀ ਸੋਭਾ ਸਦਾ ਸਦਾ ਹਮੇਸ਼ਾ ਹਮੇਸ਼ਾ ਲਈ ਬੇਅੰਤ ਹੀ ਹੋਵੇਗੀ। ਸਾਧ ਕੀ ਉਪਮਾ ਊਚ ਤੇ ਉੱਚੀ। ਸਾਧੂ ਦੀ ਉਪਮਾ ਵਡਿਆਈ ਮਹਾਨਤਾ ਉੱਚੀ ਤੋਂ ਉੱਚੀ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ। ਵੱਡੀਆਂ ਵੱਡੀਆਂ ਵਡਿਆਈਆਂ ਤੋਂ ਵੱਡੀ ਹੈ, ਮੂਚ ਬਹੁਤੀ ਤੋਂ ਬਹੁਤੀ ਹੈ। ਸਾਧ ਕੀ ਸੋਭਾ ਸਾਧ ਬਣ ਆਈ। ਹਜ਼ੂਰ ਕਹਿੰਦੇ ਸਾਧੂ ਦੀ ਸੋਭਾ ਭਾਈ ਸਾਧੂ ਨੂੰ ਹੀ ਬਣ ਆਈ ਹੈ। ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਹਜ਼ੂਰ ਗੁਰੂ ਅਰਜਨ ਦੇਵ ਜੀ ਇੱਥੇ 7ਵੀਂ ਅਸ਼ਟਪਦੀ ਸੰਪੂਰਨ ਕਰ ਰਹੇ ਨੇ ਕਿ ਸਾਧੂ ਤੇ ਪ੍ਰਭੂ ਵਿੱਚ ਹੈ ਭਾਈ ਜੀ ਕੋਈ ਭੇਦ ਨਹੀਂ। ਭੇਦ ਨਾਮ ਫਰਕ ਦਾ। ਜੋ ਸਾਧੂ ਹੈ ਉਹਦੇ ਵਿੱਚ ਤੇ ਪਰਮਾਤਮਾ 'ਚ ਕੋਈ ਫਰਕ ਨਹੀਂ। ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੂੰ ਅਫਗਾਨਿਸਤਾਨ ਤੋਂ ਇਰਾਨ ਨੂੰ ਜਾਂਦਿਆਂ ਸ਼ਾਹ ਸ਼ਰਫ ਜੀ ਮਿਲੇ ਸਨ ਆਪਣੇ ਸੇਵਕਾਂ ਮੁਰੀਦਾਂ ਸਮੇਤ, ਅਤੇ ਉਹਨਾਂ ਨੇ ਕੁਝ ਪ੍ਰਸ਼ਨ ਪੁੱਛੇ ਸੀ ਸਤਿਗੁਰਾਂ ਨੂੰ। ਇੱਕ ਪ੍ਰਸ਼ਨ ਪੁੱਛਿਆ ਸੀ ਕਿ ਫਕੀਰੀ ਕੀ ਹੈ, ਦਰਵੇਸ਼ੀ ਕੀ ਹੈ। ਹਜ਼ੂਰ ਕਹਿੰਦੇ ਨੇ ਨਫਸ ਨੂੰ ਮਾਰਨਾ, ਆਪਣੀ ਇੱਛਾ ਹਵਸ ਨੂੰ ਮਾਰ ਲੈਣਾ ਫਕੀਰੀ ਹੈ। ਕਹਿਣ ਲੱਗਾ ਜੀ ਫਕੀਰੀ ਦਾ ਅੰਤ ਕੀ ਹੈ? ਤਾਂ ਹਜ਼ੂਰ ਕਹਿਣ ਲੱਗੇ ਫਕੀਰੀ ਦਾ ਅੰਤ ਹੈ ਖੁਦਾ, ਅੱਲਾ। ਉਹਨਾਂ ਦੀ ਭਾਸ਼ਾ 'ਚ ਦੱਸਿਆ ਤੇ ਰੱਬ ਹੋ ਜਾਣਾ, ਇਹ ਫਕੀਰੀ ਦਾ ਅੰਤ ਹੈ। ਸੋ ਆਖਰ ਨੂੰ ਸਾਧੂ ਪਰਮਾਤਮਾ ਸਰੂਪ ਹੀ ਹੋ ਜਾਂਦਾ। ਸਾਧ ਰੂਪ ਆਪਣਾ ਤਨ ਧਾਰਿਆ, ਧਰਤੀ 'ਤੇ ਤੁਰਿਆ ਫਿਰਦਾ, ਉਹ ਰੱਬ ਹੁੰਦਾ। ਪਰਮਾਤਮਾ 'ਚ ਭੇਦ ਜੋ ਹੁੰਦਾ, ਆਪਣੀ ਜਿਹੜੀ ਹੰਗਤਾ ਉਹਨੇ ਮੇਟੀ ਹੋਈ ਹੈ, ਪਰਮਾਤਮਾ ਦਾ ਰੂਪ ਬਣ ਜਾਂਦਾ। ਸੋ ਇਸ ਪ੍ਰਕਾਰ ਸਾਧੂ ਤੇ ਪ੍ਰਭੂ ਵਿੱਚ ਹੈ ਭਾਈ ਕੋਈ ਭੇਦ ਫਰਕ ਨਾ ਸਮਝਣਾ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਪਾਕ ਰਸਨਾ ਤੋਂ ਉਚਾਰਿਆ ਹੋਇਆ 2 ਅਸ਼ਟਪਦੀਆਂ ਰਾਹੀਂ ਗੁਰੂ ਕਿਰਪਾ ਸਦਕਾ ਵਿਚਾਰਿਆ ਤੇ ਸੁਣਿਆ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਹੈ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।